ਤੁਸੀਂ ਗੁਰਬਾਣੀ ਦੇ ਕੀਰਤਨ ਦਾ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਸਮੇਂ ਨੂੰ ਸਫਲਾ ਕੀਤਾ ਹੈ। ਬਾਕੀ ਥੋੜ੍ਹਾ ਜਿਹਾ ਵਕਤ ਹੋ ਰਹਿੰਦਾ ਹੈ, ਘੰਟਾ ਤਕਰੀਬਨ, ਉਸ ਨੂੰ ਵੀ ਸਫਲਾ ਕਰੋ। ਪਰ ਇਸ ਦੇ ਵਾਸਤੇ ਇਹ ਜ਼ਰੂਰੀ ਹੈ ਸ਼ਰਧਾ, ਨਿਰਮਾਣਤਾ, ਚਿੱਤ ਦੀ ਇਕਾਗਰਤਾ। ਸਤਸੰਗੀ ਪੁਰਸ਼ ਵਾਸਤੇ 3 ਸੁਨਹਿਰੀ ਅਸੂਲ ਦੱਸੇ। ਜਿਹੜਾ ਕੰਮ ਕਿਸੇ ਨੇ ਕਰਨਾ ਹੋਵੇ, ਉਸ ਕੰਮ ਕਰਨ ਦੇ ਕੋਈ ਅਸੂਲ ਵੀ ਹੁੰਦੇ ਹਨ, ਢੰਗ ਵੀ ਹੁੰਦੇ ਹਨ, ਫਾਰਮੂਲੇ ਵੀ ਹੁੰਦੇ ਹਨ ਸਵਾਲਾਂ ਦੇ ਹੱਲ ਕਰਨ ਵਾਸਤੇ। ਇਸੀ ਤਰ੍ਹਾਂ ਸਤਸੰਗ ਕਰਨ ਵਾਸਤੇ ਜੇ ਕੋਈ ਜਾਵੇ, ਉਸਦੇ ਵਾਸਤੇ ਸਤਸੰਗ ਕਰਨ ਦੇ ਢੰਗ ਵੀ ਹਨ। ਸ਼ਰਧਾ ਗੁਰੂ ਬਚਨਾਂ ਦੇ ਔਰ ਨਿਰਮਾਣਤਾ, ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਨਹੀਂ ਹੋਣਾ ਚਾਹੀਦਾ। ਔਰ ਚਿੱਤ ਦੀ ਇਕਾਗਰਤਾ, ਮਨ ਦਾ ਟਿਕਾ ਹਰੀ ਜਸ ਵਿੱਚ ਹੋਵੇ। ਬੱਚਿਆਂ ਨੂੰ ਚੁੱਪ ਰੱਖਣਾ ਇਹ ਮਾਈਆਂ ਦਾ ਜਾਂ ਬੱਚਿਆਂ ਵਾਲਿਆਂ ਦਾ ਆਪਣਾ ਫਰਜ਼ ਹੁੰਦਾ ਹੈ। ਬਹੁਤ ਸਾਰੇ ਪ੍ਰੇਮੀ ਹੋਣਗੇ ਜਿਨ੍ਹਾਂ ਨੇ ਇੰਡੀਆ ਵਿੱਚ ਜਾਂ ਪੰਜਾਬ ਦੇ ਸ਼ਹਿਰਾਂ ਜਾਂ ਪਿੰਡਾਂ ਵਿੱਚ ਦੀਵਾਨ ਸੁਣੇ ਹੋਣਗੇ। ਲੱਖਾਂ ਲੱਖਾਂ ਦਾ ਇਕੱਠ ਹੁੰਦਾ, ਕਿਸੇ ਦਾ ਸਾਹ ਵੀ ਇੱਕ ਦੂਜੇ ਨੂੰ ਨਹੀਂ ਸੁਣਦਾ। ਇਤਨਾ ਇੰਤਜ਼ਾਮ ਹੁੰਦਾ, ਜਿੰਨੇ ਤੁਸੀਂ ਬੈਠੇ ਇੰਨੇ ਤਾਂ ਉੱਥੇ ਇੰਤਜ਼ਾਮ ਕਰਨ ਵਾਲੇ ਹੁੰਦੇ। ਪਰ ਅਫਸੋਸ ਹੈ ਇੱਥੇ ਇੰਨਾ ਰੌਲਾ ਪੈਂਦਾ, ਨਿਆਣੇ ਇੰਨੇ ਚੀਕਾਂ ਮਾਰਦੇ ਹਨ, ਤੁਹਾਨੂੰ ਕੱਖ ਨਹੀਂ ਪੱਲੇ ਪੈਣ ਦਿੰਦੇ। ਹੁਣ ਐਡੀ ਦੂਰੋਂ ਚੱਲ ਕੇ ਆਏ ਹੋ, ਮੋਟਰਾਂ ਦੇ ਤੇਲ ਫੂਕੇ ਹਨ, ਕੰਮਕਾਰ ਛੱਡੇ ਹਨ, ਜਿਹੜੇ ਇਹਨਾਂ ਦੀਆਂ ਝੰਗੜਾਈਆਂ ਪੈਂਦੀਆਂ ਰਹੀਆਂ ਬੱਚਿਆਂ ਦੀਆਂ, ਤੁਹਾਡੇ ਪੱਲੇ ਕੀ ਪਊਗਾ? ਆਉਣ ਦਾ ਫਾਇਦਾ ਕੀ ਹੋਇਆ? ਫਿਰ ਉਹਦਾ ਦੋਸ਼ ਕਿਹਨੂੰ ਲੱਗੂ? ਪਾਪ ਕਿਹਨੂੰ ਚੜ੍ਹੇਗਾ? ਇਹ ਆਪਣੇ ਆਪ ਹੀ ਸਮਝੋ। ਇਸ ਕਰਕੇ ਥੋੜ੍ਹਾ ਜਿਹਾ ਸਮਾਂ ਹੈ, ਇਸ ਨੂੰ ਸਫਲਾ ਕਰਨ ਦੀ ਖੇਚਲ ਕਰੋ। ਪਹਿਲੇ ਦਾਸ ਬੋਲਿਆ ਕਰੇਗਾ ਸ਼ਬਦ ਵਿੱਚ, ਫਿਰ ਸਾਰੇ ਭਾਈ ਬੋਲੋ। ਤੀਸਰੇ ਪਾਸੇ ਸਭ ਬੀਬੀਆਂ ਬੋਲਿਆ ਕਰੋ। ਤੂੰ ਮੇਰੇ ਪ੍ਰਾਣੀ ਆਧਾਰੇ ਪ੍ਰਭ ਜੀ, ਤੂੰ ਮੇਰੇ ਪ੍ਰਾਣੀ ਆਧਾਰੇ, ਤੂੰ ਮੇਰੇ ਪ੍ਰਾਣੀ ਆਧਾਰੇ, ਮੇਰੇ ਪ੍ਰਾਣੀ ਆਧਾਰੇ।
नमस्कार डंडौत वंदना अनक बार जऊँ बारे उठत बैठत सोत जागत हे मन तुझे चितारे तू मेरे प्राण आधारे प्रभु जी तू मेरे प्राण आधारे मेरे प्राण आधारे मेरे प्राण आधारे मेरे प्राण आधारे प्रभु जी तू मेरे प्राण आधारे मेरे प्राण आधारे प्रभु जी तू मेरे प्राण आधारे नानक सुख चरनारे प्रभु जी मेरे प्राण आधार मेरे प्राण आधारे मेरे प्राण आधारे मेरे प्राण आधारे प्रभु जी मेरे प्राण आधारे मेरे प्राण आधारे प्रभु जी मेरे प्राण आधारे ਸਾਧ ਸੰਗਤ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੋ, ਅੰਤਰਮੁਖ ਕਰੋ, ਪੂਰਾ ਧਿਆਨ ਗੁਰੂ ਸ਼ਬਦ ਅਤੇ ਗੁਰੂ ਬਾਬਾ ਜੀ ਦੀ ਸਿੱਖਿਆ ਵੱਲ ਲਿਆ। ਮਨੁੱਖਾਂ ਦੇ ਦਰਅਸਲ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ ਹੈ।
ਅਗਰ ਐਸਾ ਨਾ ਕੀਤਾ ਜਾਏ ਤਾਂ ਗੁਰਬਾਣੀ ਕੀ ਦੱਸਦੀ ਹੈ, ਗੁਰੂ ਕੀ ਦੱਸਦਾ ਹੈ? ਬਾਣੀ ਗੁਰੂ ਰੂਪ ਹੈ। ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਜ਼ਾਤੀ ਤਜਰਬੇ ਉਸ ਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਗੁਰਬਾਣੀ ਗੁਰੂ ਸਾਹਿਬਾਨ ਦੇ ਆਪਣੇ ਰੂਹਾਨੀ ਜ਼ਾਤੀ ਤਜਰਬੇ ਹਨ, ਉਹਨਾਂ ਦਾ ਰੂਪ ਹਨ। ਇਸ ਕਰਕੇ ਗੁਰਬਾਣੀ ਗੁਰੂ ਰੂਪ ਹੈ। ਗੁਰਬਾਣੀ ਦੱਸਦੀ ਹੈ ਗੁਰੂ ਕੀ ਕਹਿੰਦਾ ਹੈ। ਜਿਹੜੇ ਵਾਹਿਗੁਰੂ ਦਾ ਭਜਨ ਨਹੀਂ ਕਰਦੇ, ਆਵਨੇ ਆਏ ਸਿਸ਼ਟ ਮੇਂ ਬਿਨ ਬੂਝੇ ਪਸ਼ੂ ਢੋਰ। ਨਾਨਕ ਤਨ ਧਾਰ ਕੇ ਤਾਂ ਦੁਨੀਆ ਵਿੱਚ ਆ ਗਏ, ਪਰ ਬਿਨਾਂ ਵਾਹਿਗੁਰੂ ਦੀ ਭਗਤੀ ਦੇ ਕਹਿੰਦੇ ਹੈਵਾਨ ਹੀ ਨਹੀਂ, ਮਰੇ ਹੋਏ ਪਸ਼ੂ ਨਹੀਂ, ਇਹਨੇ ਪਸ਼ੂ ਹੀ ਨਹੀਂ ਬਲਕਿ ਮਰੇ ਹੋਏ ਪਸ਼ੂ ਜਾਂ ਢੋਰ ਉਹਨਾਂ ਨੂੰ ਵੀ ਕਹਿ ਦਿੰਦੇ ਹਨ। ਲੋਕ ਰਾਤ ਨੂੰ ਨੀਰਾ ਚਾਰਾ ਗਾਈਆਂ ਮੱਝਾਂ ਬੈਲਾਂ ਨੂੰ ਪਾਉਂਦੇ ਨੇ, ਜਿਹੜਾ ਬਚ ਰਹਿੰਦਾ ਉਹਨਾਂ ਨੂੰ ਰੂੜੀਆਂ 'ਤੇ ਛਿੜ ਦਿੰਦਾ। ਉਸ ਨੂੰ ਕੌਣ ਚਰਦੇ ਹਨ? ਉਸ ਨੂੰ ਖੋਤੇ ਚਰਦੇ ਹਨ। ਖੋਤਿਆਂ ਨੂੰ ਵੀ ਢੋਰ ਕਹਿ ਦਿੱਤਾ ਜਾਂਦਾ ਹੈ। ਇਸ ਕਰਕੇ ਭਜਨ ਤੋਂ ਬਿਨਾਂ ਸਾਨੂੰ ਇਹੋ ਜਿਹੇ ਦਰਜੇ ਗੁਰਬਾਣੀ ਦਿੰਦੀ ਹੈ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ। ਆਵਣ ਨੂੰ ਜੱਗ ਵਿੱਚ ਆ ਗਏ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ। ਬਿਨ ਬੂਝੇ ਪਸ਼ੂ ਢੋਰ, ਆਵਣ ਨੂੰ ਜੱਗ ਵਿੱਚ, ਆਵਣ ਨੂੰ ਜੱਗ ਵਿੱਚ ਆ ਗਏ ਨੇ। आवन आए शिष्ट में बिन बूझे पशु ठोर। मानव तन धार के दुनिया विच आ गए, पर बिना वाहिगुरू दी बंदगी दे हैवान ही नहीं बल्कि मरे हुए हैवान हैं। साहिब गुरु तेग बहादुर महाराज हिंदू धर्म के रक्षक फरमाउंदे हैं, एक भगत भगवान जे प्राणी के नाहे मन, जैसे सूकर समान, नानक मानो ताहे ता। वाहिगुरू दी भगती जिस प्राणी के मन विच नहीं, वो की है, किहो जा है। गुरु जी कहते जैसे सूकर सवान। सूकर ना सूअर दा है, सवान ना कूकर दा है, कूकर ना कुत्ते नूं कहते। कहते इहो जे समझ लो, वो भी गंदमंद खा के अपना पेट भर लेंदे हैं। जे इसकी जिंदगी सिर्फ पेट भरन तक ही महदूद है, तो उन्हां तो वध के कोई इसनूं वड्डा दर्जा नहीं मिल सकता। इस करके यूं गुरु जी कहते हैं, आवन नूं जग विच आ गए ने, आवन नूं जग विच आ गए ने, आवन नूं जग विच आ गए ने, आवन नूं जग विच आ गए ने।
ਕਠੋਰ ਆਵਣ ਜਗ ਵਿੱਚ ਆ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਜੰਗਲ ਵਿੱਚ ਬੈਠੇ ਹੋਏ ਸ਼ਬਦ ਦਾ ਉਚਾਰਨ ਕਰਦੇ ਹਨ। ਮਰਦਾਨਾ ਰਬਾਬ ਵਜਾ ਰਿਹਾ, ਸ਼ਬਦ ਦੀ ਆਵਾਜ਼ ਦੂਰ ਤੱਕ ਜਾਂਦੀ ਹੈ। ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਜਾਂਦੀ ਹੈ, ਜਿਸ ਵਸਤੂ ਨੂੰ ਟੱਚ ਹੁੰਦਾ ਹੈ ਸ਼ਬਦ ਦਾ, ਉਸ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੁੰਦੀ ਹੈ। ਕਿਉਂਕਿ ਸ਼ੁੱਧ ਵਸਤੂ ਅਤੇ ਪਵਿੱਤਰ ਵਸਤੂ ਦੁਨੀਆ ਵਿੱਚ ਵਾਹਿਗੁਰੂ ਜਾਂ ਉਸ ਦਾ ਭਜਨ ਹੀ ਹੈ। ਇਸੀ ਤਰ੍ਹਾਂ ਜਿੱਥੇ ਜਿੱਥੇ ਜਿਸ ਵਸਤੂ ਨਾਲ ਸ਼ਬਦ ਦਾ ਟੱਚ ਹੋਇਆ, ਉਸਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਮਰਦਾਨੇ ਨੇ ਰਬਾਬ ਰੱਖ ਦਿੱਤਾ, ਸਾਹਮਣੇ ਕੀ ਦੇਖਿਆ? ਇੱਕ ਮੁਰਦਾ ਪਿਆ ਹੋਇਆ। ਇਹ ਸਰੀਰ ਵਿੱਚੋਂ ਜਦੋਂ ਸੂਖਸ਼ਮ ਸਰੀਰ ਦੇ ਸ਼ਹਿਰ ਜੀਵ ਆਤਮਾ ਚਲਿਆ ਜਾਂਦਾ ਹੈ, ਇਹਨੂੰ ਮੁਰਦਾ ਕਹਿ ਕੇ ਪੁਕਾਰਦੇ ਹਨ। ਮੁਰਦਾ ਜਾਣ ਕੇ ਆਪਣੇ ਆਪਣੇ ਮੁਲਕਾਂ ਜਾਂ ਮਜ਼ਹਬ ਮਿਲਤ ਦੇ ਰਸਮੋ ਰਿਵਾਜ ਦੇ ਅਨੁਸਾਰ ਕੋਈ ਇਸ ਨੂੰ ਦਫਨਾਉਂਦਾ ਹੈ, ਕੋਈ ਇਸ ਦਾ ਸੰਸਕਾਰ ਕਰਦਾ ਹੈ, ਕੋਈ ਇਸ ਨੂੰ ਜਲ ਆਦਿ ਪ੍ਰਵਾਹ ਕਰ ਦਿੰਦਾ ਹੈ। ਕਿਉਂਕਿ ਅਗਰ ਐਸਾ ਨਾ ਕੀਤਾ ਜਾਵੇ, ਇਹਦੇ ਵਿੱਚ ਕੀੜੇ ਚਲੇ ਜਾਣ, ਬਦਬੂ ਫੈਲ ਜਾਂਦੀ, ਇਹਦੀ ਬੁਰੀ ਹਾਲਤ ਹੁੰਦੀ ਹੈ। ਇਸ ਕਰਕੇ ਹੀ ਇਉਂ ਇੱਕ ਮੁਰਦਾ ਪਿਆ ਹੋਇਆ ਹੈ। ਸੋ ਮੁਰਦੇ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ, ਜਿਸ ਦੀ ਕੁਦਰਤ ਨੇ ਖੁਰਾਕ ਹੀ ਮਾਂਸ ਬਣਾਇਆ, ਉਹ ਆ ਰਿਹਾ, ਜਿਸ ਦਾ ਸਰੀਰ ਬੜਾ ਦੁਬਲਾ ਅਤੇ ਕ੍ਰਿਸ਼ ਹੈ। ਉਸ ਨੂੰ ਦੇਖ ਕੇ ਮਰਦਾਨੇ ਨੇ ਕੀ ਦੇਖਿਆ? ਉਹ ਬਘਿਆੜ ਉਸ ਮੁਰਦੇ ਦੇ ਚਾਰ ਚੁਫੇਰੇ ਫਿਰਦਾ, ਪਰ ਮੁਰਦੇ ਨੂੰ ਖਾਧਾ ਨਹੀਂ, ਵਾਪਸ ਮੁੜ ਗਿਆ। 5-7 ਕਦਮ ਵਾਪਸ ਜਾ ਕੇ ਫਿਰ ਮੁੜ ਆਇਆ। ਫਿਰ ਆ ਕੇ ਉਸ ਮੁਰਦੇ ਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘਦਾ ਹੈ। ਕੱਲਾ ਕੱਲਾ ਅੰਗ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਇਹ ਕੌਤਕ ਮਰਦਾਨਾ ਦੇਖ ਰਿਹਾ ਸੀ। ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ। ਮਰਦਾਨਾ ਦੇਖ ਕੇ ਅਰਜ਼ ਕਰਦਾ, ਸੱਚੇ ਪਾਤਸ਼ਾਹ, ਆਪ ਦੇ ਪਿਛਲੇ ਪਾਸੇ ਇੱਕ ਦ੍ਰਿਸ਼ ਦੇਖਿਆ, ਜਿਹਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ। ਕਿਰਪਾ ਕਰਕੇ ਉਹ ਦੂਰ ਕਰੋ। ਗੁਰੂ ਜੀ ਕਹਿਣਗੇ, ਮਰਦਾਨਿਆਂ ਕੀ ਸ਼ੰਕਾ ਹੈ? ਸੋ ਕਹਿਣਗੇ, ਗਰੀਬ ਨਵਾਜ਼ ਇੱਕ ਮੁਰਦਾ ਪਿਆ ਹੋਇਆ ਹੈ, ਉਸ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ, ਜਿਸ ਦੀ ਖੁਰਾਕ ਹੀ ਕੁਦਰਤ ਨੇ ਮਾਂਸ ਬਣਾਇਆ। ਉਹ ਆਇਆ, ਚਾਰ ਚੁਫੇਰੇ ਫਿਰ ਕੇ ਮੁੜ ਗਿਆ, ਨਹੀਂ ਖਾਧਾ। ਫਿਰ 5-7 ਕਦਮ ਵਾਪਸ ਗਿਆ, ਫਿਰ ਮੁੜ ਕੇ ਆਇਆ। ਉਸ ਮੁਰਦੇ ਨੂੰ ਪੈਰਾਂ ਤੋਂ ਲਾ ਕੇ ਸਿਰ ਤੱਕ ਕੱਲੇ ਕੱਲੇ ਅੰਗ ਨੂੰ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜਿਆ ਜਾ ਰਿਹਾ ਹੈ। ਹਾਲਾਂਕਿ ਉਸ ਬਘਿਆੜ ਦਾ ਸਰੀਰ ਬੜਾ ਦੁਬਲਾ, ਕਿਰਸ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ ਹੈ। ਇਸ ਗੱਲ ਵਿੱਚ ਕੀ ਭੇਦ ਹੈ? ਇਹ ਗੱਲ ਸੁਣ ਕੇ ਗੁਰੂ ਬਾਬਾ ਜੀ ਜਿਨ੍ਹਾਂ ਤੋਂ ਤਿੰਨਾਂ ਲੋਕਾਂ 14 ਭਵਨਾਂ ਦਾ ਕੋਈ ਬਿਰਤਾਂਤ ਵੀ ਗੁੱਝਾ ਛਿਪਾ ਨਹੀਂ ਸੀ। ਸੋ ਜਿਵੇਂ ਹੱਥ 'ਤੇ ਔਲਾ ਪਿਆ ਹੁੰਦਾ, ਇਹਨੂੰ ਸਭ ਕੁਛ ਦੀਂਦਾ ਸੀ।
ਉਹ ਕਹਿੰਦੇ ਨੇ ਮਰਦਾਨਿਆਂ, ਤੇਰੇ ਸ਼ੰਕੇ ਦਾ ਸਮਾਧਾਨ ਬੜਾ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਪਰ ਬਿਹਤਰ ਹੈ ਉਸ ਬਘਿਆੜ ਨੂੰ ਬੁਲਾਵੇਂ, ਉਹਦੀ ਜ਼ਬਾਨੀ ਸੁਣੇ ਵੀ ਕਿਉਂ ਨਹੀਂ ਖਾਧਾ, ਫਿਰ ਤੈਨੂੰ ਜ਼ਿਆਦਾ ਲਾਭ ਹੋਵੇ। ਮਰਦਾਨੇ ਨੇ ਉਸ ਬਘਿਆੜ ਨੂੰ ਆਵਾਜ਼ ਦਿੱਤੀ। ਬਘਿਆੜ ਗੁਰੂ ਬਾਬਾ ਜੀ ਦੇ ਹੁਕਮ ਵਿੱਚ ਮੁੜਿਆ ਆਇਆ, ਕਿਉਂਕਿ ਗੁਰੂ ਨਾਨਕ ਅਰਸ਼ਾਂ ਕੁਰਸ਼ਾਂ ਦਾ ਮਾਲਕ, ਉਹਦੇ ਹੁਕਮ ਤੋਂ ਬਾਹਰ ਪ੍ਰਕਿਰਤੀ ਜਿਹੜੀ ਦੁਨੀਆ ਦੀ ਸਾਰੀ ਖੇਲ ਹੈ ਕੁਛ ਵੀ ਨਹੀਂ, ਸਭ ਹੁਕਮ ਦੇ ਵਿੱਚ ਹੈ। ਸੋ ਇਸ ਕਰਕੇ ਜਿਸ ਦੀ ਬਾਬਤੀ ਦੱਸਿਆ, ਡਰ ਪੈ ਧਰਤ ਆਕਾਸ਼ ਨਛੱਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈਸੰਤਰ ਡਰ ਪੈ ਇੰਦਰ ਵਿਚਾਰਾ, ਏਕਾ ਨਿਰਭਉ ਬਾਤ ਸੁਣੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗੁਰਮਿਲ ਗਾਏ ਗੁਣੀ, ਦੇ ਧਾਰਿਆ ਦੇਵਾ ਡਰ ਪੈ, ਸਿੱਧ ਸਾਧਕ ਡਰ ਮੋਇਆ, ਲੱਖ 84 ਮਰਮਰ ਜਨਮ, ਫਿਰ ਜੋਨੀ ਜੋਇਆ, ਰਾਜਸ ਤਾਮਸ ਸਾਤਕ ਡਰ ਪੈ, ਕੇਤੇ ਰੂਪ ਉਪਾਇਆ, ਛਲ ਪ੍ਰਿਏ ਕੌਲਾਂ ਡਰ ਪੈ, ਅਤ ਡਰ ਪੈ ਧਰਮਰਾਇਆ, ਸਗਲ ਸਮਗਰੀ ਡਰੈ ਵਿਆਪੀ, ਬਿਨ ਡਰ ਕਰਨੇ ਹਾਰਾ, ਕਉ ਨਾਨਕ ਭਗਤਨ ਕਾ ਸੰਗੀ, ਭਗਤ ਸੁਹੈ ਦਰਬਾਰਾ। ਉਹ ਗੁਰੂ ਨਾਨਕ ਦੇ ਹੁਕਮ ਦੇ ਵਿੱਚ ਸਭ ਕੁਛ ਬਘਿਆੜ ਮੁੜ ਆਉਂਦਾ, ਆ ਕੇ ਸਿਰ ਨਵਾ ਕੇ ਬੈਠ ਜਾਂਦਾ ਹੈ। ਪੁੱਛਿਆ, ਮਰਦਾਨਿਆਂ ਆ ਗਿਆ, ਪੁੱਛ ਲਾ ਜੋ ਕੁਛ ਪੁੱਛਣਾ ਹੈ। ਮਰਦਾਨਾ ਕਹਿਣ ਲੱਗਾ, ਭਾਈ ਤੇਰਾ ਸਰੀਰ ਬੜਾ ਦੁਬਲਾ, ਕਿਰਸ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ ਹੈ। ਉਹ ਮੁਰਦਾ ਤੇਰੀ ਖੁਰਾਕ ਸੀ, ਕਿਉਂਕਿ ਤੂੰ ਤਾਮਸੀ ਜੋਨੀ ਦਾ ਜਾਨਵਰ ਹੈ, ਕੁਦਰਤ ਨੇ ਤੇਰੀ ਖੁਰਾਕ ਹੀ ਮਾਂਸ ਬਣਾਇਆ ਹੈ। ਇਸ ਵਾਸਤੇ ਤੂੰ ਉਸ ਨੂੰ ਖਾਧਾ ਕਿਉਂ ਨਹੀਂ? ਪਹਿਲੇ ਉਸਦੇ 4 ਫੇਰੇ ਫਿਰ ਕੇ ਮੁੜ ਗਿਆ, ਦੁਬਾਰਾ ਸਾਰੇ ਅੰਗ ਸੁੰਘ ਕੇ ਮੁੜ ਗਿਆ, ਫਿਰ ਨਹੀਂ ਖਾਧਾ। ਇਸ ਗੱਲ ਵਿੱਚ ਕੀ ਭੇਦ ਹੈ, ਜ਼ਰਾ ਖੋਲ੍ਹ ਕੇ ਦੱਸ। ਇਹ ਬਚਨ ਸੁਣ ਕੇ ਉਹ ਬਘਿਆੜ, ਭਾਵੇਂ ਜਾਨਵਰ ਆਪਣੀ ਆਪਣੀ ਬੋਲੀ ਵਿੱਚ ਬੋਲਦੇ ਹਨ, ਸਮਝਦੇ ਹਨ ਇੱਕ ਦੂਜੇ ਦੀ ਬੋਲੀ, ਇਹ ਕੁਦਰਤ ਵੱਲੋਂ ਐਸਾ ਹੀ ਨਿਯਮ ਹੈ। ਪਰ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ। ਸੋ ਇੱਥੇ ਉਸ ਬਘਿਆੜ ਨੂੰ ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਆਈ, ਜਿਵੇਂ 8ਵੇਂ ਗੁਰੂ ਨਾਨਕ ਨੇ ਪੰਜੋਖਰੇ ਸਾਹਿਬ ਦੇ ਵਿੱਚ ਇੱਕ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ। ਜਿਹੜਾ ਮੂਰਖਾਂ ਤੋਂ ਪੰਡਤ ਬਣਾਵੇ, ਜਿਹੜਾ ਮੂਰਖਾਂ ਤੋਂ
ਪੁਰਖ ਤੇ ਪੰਡਤ ਕਰਵੋ, ਪੰਡਤ ਤੇ ਮੁਗਧਾਰੀ, ਨਾਰੀ ਤੇ ਜੋ ਪੁਰਖ ਕਰਾਵੇ, ਪੁਰਖਨ ਤੇ ਜੋ ਨਾਰੀ, ਕਉ ਕਬੀਰ ਸਾਧੂ ਕੋ ਪ੍ਰੀਤਮ, ਤਿਸ ਮੂਰਤ ਬਲਿਹਾਰੀ। ਇਉਂ 8ਵਾਂ ਗੁਰੂ ਨਾਨਕ, ਗੁਰੂ ਹਰਕ੍ਰਿਸ਼ਨ ਮਹਾਰਾਜ, ਜਿਨ੍ਹਾਂ ਦੀ ਉਮਰ 7-8 ਸਾਲ ਦੇ ਦਰਮਿਆਨ ਹੈ, ਆਪ ਜੀ ਕੀਰਤਪੁਰ ਸਾਹਿਬ ਤੋਂ ਸੰਗਤ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ ਦਿੱਲੀ ਨੂੰ ਚੱਲੇ ਹਨ। ਉਹਨਾਂ ਸਮਿਆਂ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਰਸਤੇ ਚੰਗੇ ਨਹੀਂ ਸਨ, ਰੇਲਾਂ ਅਜੇ ਨਹੀਂ ਸਨ ਆਈਆਂ, ਸੜਕਾਂ ਕੋਈ ਨਹੀਂ ਸਨ, ਮੋਟਰਾਂ ਕੋਈ ਨਹੀਂ ਸਨ। ਸਵਾਰੀਆਂ ਹੁੰਦੀਆਂ ਘੋੜੇ, ਹਾਥੀ, ਊਠ, ਬੈਲ, ਰਥ, ਪਾਲਕੀਆਂ, ਇਹੀਆਂ ਸਵਾਰੀਆਂ ਹੁੰਦੀਆਂ। ਆਪ ਜੀ ਬਹੁਤ ਸਾਰੀ ਸੰਗਤ ਦੇ ਸਮੇਤ ਆਹਿਸਤਾ ਆਹਿਸਤਾ ਕੀਰਤਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੇ ਹਨ। ਕੁਛ ਮੀਲ ਸਫ਼ਰ ਕਰਕੇ ਫਿਰ ਕਿਆਮ ਕਰ ਦਿੰਦੇ ਹਨ। ਕਿਤੇ ਇੱਕ ਅੱਧਾ ਦਿਨ ਠਹਿਰਦੇ ਹਨ, ਕਿਤੇ ਜ਼ਿਆਦਾ ਵੀ ਰਿਹਾਇਸ਼ ਕਰ ਦਿੰਦੇ ਹਨ। ਪੰਜੋਖਰਾ ਨਾਮ ਕਰਕੇ ਇੱਕ ਬੜਾ ਭਾਰਾ ਕਸਬਾ ਹੈ, ਅੰਬਾਲੇ ਸ਼ਹਿਰ ਤੋਂ ਚੜ੍ਹਦੀ ਵੱਲ ਨੂੰ 5 ਮੀਲ ਦੇ ਫਾਸਲੇ 'ਤੇ। ਉੱਥੇ ਆਪ ਜੀ ਨੇ ਕਈ ਦਿਨ ਕਿਆਮ ਰੱਖਿਆ। ਉਹ ਕਿਉਂ? ਪੱਛੋਂ ਵੱਲੋਂ ਆਪ ਦੇ ਦਰਸ਼ਨ ਵਾਸਤੇ ਸੰਗਤ ਬਹੁਤ ਆਈ। ਕੀਰਤਪੁਰ ਪਹੁੰਚੀ, ਪਤਾ ਲੱਗਿਆ ਹਜ਼ੂਰ ਦਿੱਲੀ ਨੂੰ ਚਾਲੇ ਪਾ ਗਏ। ਆਪ ਜੀ ਨੇ ਇਹ ਜਾਣ ਕੇ ਵੀ ਦਿੱਲੀ ਜਾ ਕੇ ਸਰੀਰ ਦਾ ਭਾਣਾ ਵਰਤਾ ਜਾਣਾ ਹੈ, ਇਉਂ ਕਰਕੇ ਇਹਨਾਂ ਨੂੰ ਦਰਸ਼ਨ ਨਹੀਂ ਹੋ ਸਕਣੇ। ਬਿਹਤਰ ਹੈ ਇਹ ਇੱਥੇ ਆ ਕੇ ਦਰਸ਼ਨ ਕਰ ਜਾਣ। ਸੁਨੇਹਾ ਭੇਜ ਦਿੱਤਾ। ਉੱਥੇ ਕਈ ਦਿਨ ਕਿਆਮ ਰੱਖਿਆ। 2 ਵੇਲੇ ਸਤਸੰਗ ਹੁੰਦਾ ਹੈ। ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਔਰ ਸ਼ਾਮ ਵੇਲੇ ਤੀਸਰੇ ਪਹਿਰ ਵੱਡਾ ਭਾਰਾ ਗੁਰੂ ਦਾ ਦਰਬਾਰ ਸਜਦਾ ਹੈ। ਅੱਜ ਤੀਸਰਾ ਪਹਿਰ ਹੈ। ਬੜੇ ਕੀਮਤੀ ਸ਼ਾਮਿਆਨੇ ਤਣੇ ਹਨ, ਕੀਮਤੀ ਫਰਸ਼ ਵਿਛੇ ਹਨ, 4 ਚੁਫੇਰੇ ਕਨਾਤਾਂ ਲੱਗੀਆਂ ਹਨ। ਹਜ਼ੂਰ ਦਾ ਸੁੰਦਰ ਤਖਤ, ਹਾਂ, ਸੁਧਰਮਾ ਇੰਦਰ ਦੇ ਤਖਤ ਨੂੰ ਮਾਤ ਕਰ ਰਿਹਾ। ਸ਼ੀਸ਼ 'ਤੇ ਜਿਗਾ ਕਲਗੀ ਸਜੀ ਹੈ। 2 ਚਮਰ ਹੋ ਰਹੇ ਹਨ। ਗੁਰਬਾਣੀ ਦਾ ਪਾਪ ਨਾਸ਼ਕ ਸ਼ਾਨਦਾਇਕ ਕੀਰਤਨ ਹੋ ਰਿਹਾ ਹੈ, ਜਿਸ ਦੀ ਆਵਾਜ਼ ਦੂਰ ਤੱਕ ਜਾਂਦੀ ਹੈ। ਪੇਰੀਮੀ ਜਨ ਬੈਠੇ ਨੇਤਰਾਂ ਕਰਕੇ ਗੁਰੂ ਕੇ ਦਰਸ਼ਨ ਇਉਂ ਕਰਦੇ ਹਨ ਜਿਵੇਂ ਕਰੋੜਾ ਚਕੋਰ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ। ਗਰਦਨ ਭਾਵੇਂ ਮੜੁੱਕ ਜੇ ਦੀਦਾਰ ਕਰਨ ਨਹੀਂ ਹਟਦੇ। ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਹੈ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ, ਔਰ ਮਨ ਕਰਕੇ ਨਿਰੰਤਰ ਸਿਮਰਨ ਕਰਨ ਵਾਲੇ ਪ੍ਰੇਮੀ ਵੀ ਬਹੁਤ ਸਾਰੇ ਬੈਠੇ ਹਨ। ਇਉਂ ਜਿਹੜੇ ਸਮੇਂ ਨੂੰ ਗੁਜ਼ਾਰਦੇ ਹਨ, ਉਹਨਾਂ ਦੀ ਗਤੀ ਮਰਨ ਤੋਂ ਬਾਅਦ ਗੁਰੂ ਜੀ ਇਉਂ ਦੱਸਦੇ ਹਨ, ਕਿਉਂਕਿ ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ। ਇਉਂ ਹਜ਼ੂਰ ਦਾ ਫਰਮਾਨ ਹੈ। ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ। ਦਰਗੇ ਮਿਲਦਾ ਗੁਰਾਂ ਨਾਲ ਰਸਤਿਆਂ, ਗੁਰਾਂ ਨਾਲ ਰਸਤਿਆਂ।
ਮੰਤਰ ਗੁਰੂ ਅਰਾਧਨਾ। ਜੇ ਭਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ। ਸਰਵਣੀ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆਂ। ਦਰਗੇ ਪਾਈਏ ਠਾਂ। ਮਰਨ ਤੋਂ ਬਾਅਦ ਵੀ ਕੋਈ ਜੀਵਨ ਹੈ, ਕਿਉਂਕਿ ਜੀਵ ਆਤਮਾ ਮਰਦਾ ਨਹੀਂ, ਮਰਨ ਹਾਰੀਏ ਜੀਅਰਾ ਨਹੀਂ। ਦੇਹ ਮਰਦੀ ਹੈ, ਦੇਹ ਦੇ ਵਿੱਚੋਂ ਯਾਨੀ ਅਸਥੂਲ ਦੇ ਵਿੱਚੋਂ ਜਦੋਂ ਸੂਖਸ਼ਮ ਸਰੀਰ ਦੇ ਸਹਿਤ ਜੀਵ ਆਤਮਾ ਚਲਾ ਜਾਂਦਾ ਹੈ, ਇਸ ਨੂੰ ਮਰ ਗਿਆ ਕਹਿੰਦੇ ਹਨ। ਲੇਕਿਨ ਜੀਵ ਆਤਮਾ ਨਹੀਂ ਮਰਦਾ। ਅਗਰ ਉਹ ਮਰ ਜਾਏ, ਅੱਗੇ ਦੇਹ ਹੋਰ ਕੌਣ ਧਾਰਨ ਕਰੇ? ਕੀਤੇ ਕਰਮਾਂ ਦਾ ਫਲ ਕੌਣ ਪਾਵੇ ਫਿਰ? ਇਸ ਕਰਕੇ ਨਹੀਂ, ਅੱਗੇ ਹੋਰ ਵੀ ਕੋਈ ਜੀਵਨ ਹੈ। ਗੁਰੂ ਜੀ ਤੋਂ ਸਿੱਖਾਂ ਨੇ ਪੁੱਛਿਆ, ਗਰੀਬ ਨਵਾਜ਼ ਆਪ ਕਿਰਪਾ ਕਰਕੇ ਦੱਸੋ, ਮਰਨ ਤੋਂ ਬਾਅਦ ਜੀਵਨ ਨੂੰ ਕਹੀ ਗਤੀ ਮਿਲਦੀ ਹੈ? ਗਤੀ ਕਹਿੰਦੇ ਹਨ ਮਰਨ ਤੋਂ ਬਾਅਦ ਦੀ ਹਾਲਤ ਨੂੰ। ਗੁਰੂ ਜੀ ਕਹਿਣਗੇ ਇੱਕੋ ਜਿਹੀ ਗਤੀ ਸਭ ਦੀ ਨਹੀਂ ਹੁੰਦੀ। 6 ਕਿਸਮ ਦੇ ਲੋਕ ਦੁਨੀਆ ਵਿੱਚ ਹਨ, ਉਹਨਾਂ ਦੀ ਅੱਡ ਅੱਡ 6 ਕਿਸਮ ਦੀ ਗਤੀ ਹੈ। ਪਹਿਲੀ ਪਾਪੀਆਂ ਦੀ ਗਤੀ ਹੈ, ਦੂਜੀ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ ਕਿ ਇਹ ਯੋਗਾ ਅਭਿਆਸੀਆਂ ਦੀ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ ਹੈ। 6 ਕਿਸਮ ਦੇ ਲੋਕ ਹਨ, ਇਹਨਾਂ ਦੀ ਅੱਡ ਅੱਡ ਕਿਸਮ ਦੀ ਹੀ ਗਤੀ ਹੁੰਦੀ ਹੈ। ਪਾਪੀ ਜਿਹੜੇ ਆਪਣੀ ਸਾਰੀ ਜ਼ਿੰਦਗੀ ਗੁਰੂ ਸ਼ਾਸਤਰ ਦੇ, ਗੁਰਬਾਣੀ ਦੇ ਹੁਕਮ ਤੋਂ ਉਲਟ ਚੱਲ ਕੇ ਗੁਜ਼ਾਰਦੇ ਹਨ, ਬੁਰਾਈਆਂ ਵਿੱਚ ਲਗਾਉਂਦੇ ਹਨ, ਉਹਨਾਂ ਵਾਸਤੇ ਦੱਸਿਆ ਜਿਤਨੇ ਨਰਕ ਸਭ ਮਨੁੱਖ ਭੋਗੇ। ਗੁਰਮੁਖ ਲੇਪ ਨਾ ਮਾਸਾ ਹੈ, ਉਹਨਾਂ ਵਾਸਤੇ ਦੋਜ਼ਖ ਨਰਕ ਦੱਸਿਆ ਹੈ। ਜਿਹੜੇ ਕਈ ਕਹਿੰਦੇ ਦੋਜ਼ਖ ਨਰਕ ਕੋਈ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਹੈ। ਇਉਂ ਕਰਕੇ ਉਹਨਾਂ ਦੀ ਗਤੀ ਇਹ ਜਿਹੀ ਹੈ, ਮਰਨ ਤੋਂ ਬਾਅਦ ਜਮਰਾਜਾ ਦੇ ਦੂਤ ਧਰਮ ਰਾਜਾ ਦੇ ਪੇਸ਼ ਕਰਦੇ ਹਨ, ਮਾਰਦੇ ਕੁੱਟਦੇ ਲੈ ਜਾਂਦੇ ਹਨ। ਜਿਹੇ ਜਿਹੇ ਪਾਪ ਕੀਤੇ ਉਹ ਜਿਹੇ ਫਸਟ ਸੈਕਿੰਡ ਥਰਡ ਕਲਾਸ ਦੇ ਦੁੱਖ ਉਸ ਨੂੰ ਮਿਲਦੇ ਹਨ। ਬੜੀ ਦੇਰ ਤੱਕ ਨਰਕਾਂ ਦੇ ਵਿੱਚ ਦੁੱਖ ਪਾਉਂਦਾ ਹੈ ਅਤੇ ਉੱਥੇ ਸੱਪ ਠੂਹੇ ਬੜ ਖਾਂਦੇ ਹਨ, ਗੰਦ ਮੰਦ ਵਿੱਚ ਉਬਲਦਾ ਹੈ, ਤੱਤਿਆਂ ਥੰਮਾਂ ਨੂੰ ਚਮੇੜਿਆ ਜਾਂਦਾ ਹੈ, ਪੁੱਠਾ ਲਟਕਾ ਕੇ ਕੁੱਟਿਆ ਜਾਂਦਾ ਹੈ, ਮੂੰਹ ਦੇ ਵਿੱਚ ਉਬਲਦੀਆਂ ਸ਼ਰਾਬਾਂ ਪਾਈਆਂ ਜਾਂਦੀਆਂ ਹਨ। ਜਿਹੜੇ ਜੀਵ ਘਾਤ ਕਰਦੇ ਉਹਨੂੰ ਜਿਉਂਦਿਆਂ ਨੂੰ ਹੀ ਨੋਚ ਕੇ ਜਾਨਵਰ ਖਾਂਦੇ ਹਨ। ਅਨੇਕ ਕਿਸਮ ਦੇ ਦੁੱਖ ਉੱਥੇ ਮਿਲਦੇ ਹਨ। ਇਉਂ ਉਸ ਤੋਂ ਬਾਅਦ ਫਿਰ 84 ਲੱਖ ਜੋਨ ਦਾ ਗੇੜਾ ਦਿੱਤਾ ਜਾਂਦਾ। ਫਿਰ ਮਨੁੱਖਾ ਦੇ ਦੀ ਵਾਰੀ ਆਉਂਦੀ ਹੈ। ਮਨੁੱਖਾ ਦੇਹ ਦੇ ਵਿੱਚ ਵੀ ਇਹੋ ਜਿਹੇ ਥਾਂ, ਇਹੋ ਜਿਹੇ ਘਰ ਵਿੱਚ ਉਹਦਾ ਜਨਮ ਹੁੰਦਾ ਹੈ ਜਿੱਥੇ ਅਤਿਅੰਤ ਦੁੱਖ ਅਤੇ ਕਸ਼ਟ ਹੋਵੇ, ਦਲਿਦਰਾਦ ਹੋਵੇ। ਇਹ ਪਾਪੀਆਂ ਦੀ ਗਤੀ। ਪੁੰਨੀਆਂ ਦੀ ਗਤੀ, ਪੁੰਨ ਆਤਮਾ ਜਿਹੜੇ ਹਨ, ਪੁੰਨ ਕਰਮਾਂ ਨੂੰ ਇਕੱਠੇ ਕਰਦੇ ਹਨ, ਸੋ ਉਹਨਾਂ ਨੂੰ ਜਮਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੇਵਤਾ ਲੈਣ ਆਉਂਦੇ ਹਨ। ਦੇਵਤਾ ਸਤਿਕਾਰ ਨਾਲ ਲਿਜਾਂਦੇ ਹਨ, ਵਿਮਾਨਾਂ ਵਿੱਚ ਬਿਠਾ ਕੇ ਲਿਜਾਂਦੇ ਹਨ। ਧਰਮ ਰਾਜਾ ਦੇ ਪੇਸ਼ੀ ਉਹਨਾਂ ਦੀ ਵੀ ਹੁੰਦੀ ਹੈ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਏ। ਧਰਮ ਰਾਜਾ ਜੋ ਨਿਆਂ 'ਤੇ ਬਿਠਾਇਆ ਪਰਮਾਤਮਾ ਨੇ, ਪਰਮੇਸ਼ਰ ਦਾ ਮੁਨਸਫ ਹੈ, ਉਹ ਉਹਨਾਂ ਨੂੰ ਕਹਿੰਦਾ ਪਹਿਲਿਆਂ ਨਾਲੋਂ ਤੁਸੀਂ ਬਹੁਤ ਚੰਗੇ ਹੋ, ਪਰ ਜਿਸ ਕੰਮ ਵਾਸਤੇ ਪਰਮੇਸ਼ਰ ਨੇ ਮਨੁੱਖਾਂ ਦੇ ਬਖਸ਼ੀ ਉਹ ਕੰਮ ਤੁਸੀਂ ਨਹੀਂ ਕੀਤਾ। ਉਹ ਕੰਮ ਕੀ ਹੈ? ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਮਨੁੱਖਾਂ ਦੇ ਦਾ ਅਸਲ ਮੁੱਖ ਪ੍ਰਯੋਜਨ ਇਹ ਹੈ। ਪਰ ਫਿਰ ਵੀ ਤੁਸੀਂ ਬਹੁਤ ਅੱਛੇ ਹੋ, ਤੁਸੀਂ ਪੁੰਨਾਂ ਦਾ ਮਜਮੂਆ ਇਕੱਠਾ ਕੀਤਾ ਹੈ, ਪੁੰਨ ਕਰਮ ਇਕੱਠੇ ਕੀਤੇ ਹਨ, ਸੋ ਉਹਨਾਂ ਨੂੰ ਪੁੰਨ ਲੋਕਾਂ ਵਿੱਚ ਭੇਜਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ, ਕੋਈ ਜੰਨਤ ਕਹਿੰਦਾ ਹੈ, ਕੋਈ ਸਰਗ ਕਹਿੰਦਾ ਹੈ, ਕੋਈ ਬਿਸ਼ਤ ਕਹਿੰਦਾ, ਕੋਈ ਕੁਛ ਕੋਈ ਕੁਛ। ਉੱਥੇ ਬਹੁਤ ਕਿਸਮ ਦੇ ਸੁੱਖ ਉਹਨਾਂ ਨੂੰ ਜਿਸਮਾਨੀ ਸੁੱਖ ਹਨ, ਦਿੱਤੇ ਜਾਂਦੇ ਹਨ, ਪਰ ਉੱਥੇ ਮਨ ਦੀ ਸ਼ਾਂਤੀ ਨਹੀਂ ਹੈ। ਚਿੰਤਾ ਬਣੀ ਰਹਿੰਦੀ ਹੈ, ਈਰਖਾ ਬਣੀ ਰਹਿੰਦੀ ਹੈ,
ਅਭਿਮਾਨ ਉੱਥੇ ਬਣਿਆ ਰਹਿੰਦਾ। ਤਿੰਨ ਗੱਲਾਂ ਉੱਥੇ ਵੀ ਬਣੀਆਂ ਰਹਿੰਦੀਆਂ, ਜਿਸ ਕਰਕੇ ਉਹ ਲੋਕ ਮਨ ਕਰਕੇ ਸੁਖੀ ਨਹੀਂ ਹਨ। ਤੀਸਰੇ ਦਰਜੇ ਦੇ ਲੋਕ ਉਹ ਹਨ ਜਿਨ੍ਹਾਂ ਨੂੰ ਪ੍ਰਾਣਾਯਾਮੀ ਕਿ ਯੋਗਾ ਅਭਿਆਸੀ ਕਹਿੰਦੇ ਹਨ। ਉਹਨਾਂ ਦੀ ਗਤੀ ਜਦੋਂ ਉਹ ਸਰੀਰ ਛੱਡਦੇ ਹਨ, ਦਸਵਾਂ ਦਾਰ ਫੋੜ ਕੇ ਸਰੀਰ ਨੂੰ ਛੱਡ ਕੇ ਉਹ ਬ੍ਰਹਮ ਲੋਕ ਨੂੰ ਜਾਂਦੇ, ਬ੍ਰਹਮਾ ਦੇ ਲੋਕ ਤੱਕ ਉਹਨਾਂ ਦੀ ਗਤੀ ਹੈ। ਚੌਥੇ ਹਨ ਭਗਤ ਪ੍ਰਭੂ ਦੇ, ਜਿਹੜੇ ਸਰਵਣ ਭਗਤੀ ਕਰਦੇ ਹਨ, ਕੀਰਤਨ ਭਗਤੀ ਕਰਦੇ ਹਨ, ਸਿਮਰਨ ਭਗਤੀ ਕਰਦੇ ਹਨ, ਨਮਸਕਾਰ ਭਗਤੀ ਕਰਦੇ ਹਨ, ਅਰਦਾਸ ਭਗਤੀ ਕਰਦੇ ਹਨ, ਅਰਚਨ ਧੂਪ ਦੀਪ ਆਦਿ ਆਪਣੇ ਇਸ਼ਟਦੇਵ ਨੂੰ ਕਰਨੇ ਕਰਦੇ ਹਨ। ਦਾਸਾ ਭਾਵ, ਸਖਾ ਜਾਂ ਸਖੀ ਭਾਵ, ਆਤਮ ਨਿਵੇਦਨ, ਇਹ 9 ਕਿਸਮ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰਾ, ਪੰਡਤ ਵੇਦ ਪੁਕਾਰਾ, ਜਿਹੜੇ ਉਹ ਭਗਤੀ ਕਰਦੇ ਕਰਦੇ ਸਰੀਰ ਦਾ ਪਰਿਤਿਆਗ ਕਰਦੇ ਹਨ, ਉਹ ਸੱਚਖੰਡ ਬੈਕੁੰਠ ਧਾਮ ਨੂੰ ਜਾਂਦੇ ਹਨ। ਉਹਨਾਂ ਦੀ ਗਤੀ ਹੀ ਗੁਰੂ ਜੀ ਨੇ ਇਹ ਦੱਸੀ ਹੈ। ਅੰਤਰ ਗੁਰੂ ਆਰਾਧਨਾ, ਜੇਬਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸੜਵੀਂ ਸੁਣਨਾ ਗੁਰ ਨਾਮ, ਸਤਿਗੁਰ ਸੇਤੀ ਰਤਿਆਂ, ਦਰਗੇ ਪਾਈਏ ਠਾਂ। ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਤਿਆਂ, ਗੁਰਾਂ ਦੇ ਨਾਲ ਰਸਤਿਆਂ, ਦਰਗੇ ਮਿਲਦਾ ਗੁਰਾਂ ਨਾਲ ਰਸਤਿਆਂ, ਗੁਰਾਂ ਨਾਲ ਰਸਤਿਆਂ। ਇਹ ਭਗਤਾਂ ਦੀ ਗਤੀ। ਅੱਗੇ ਇੱਕ ਗਤੀ ਬ੍ਰਹਮ ਗਿਆਨੀਆਂ ਦੀ ਹੈ। ਭਗਤੀ ਕਰਦੇ ਕਰਦੇ ਬ੍ਰਹਮ ਗਿਆਨ ਦੀ ਅਵਸਥਾ, ਯਾਨੀ ਪ੍ਰਭੂ ਦਾ ਮਿਲਾਪ ਹੋ ਜਾਣਾ, ਜਿਸ ਨੂੰ ਦੱਸਿਆ ਕਬੂ ਸਾਧ ਸੰਗ ਤੇ ਪਾਵੈ, ਉਸ ਅਸਥਾਨ ਤੇ ਬਾਹਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਅਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, सदा बसें पा ब्रह्म के संग, ज्यों जल में जल आए खटाना, त्यों ज्योति संग ज्योत समाना, मिट गए गवन पाए विश्राम, नानक परब के सतगुरु। ਉਹ ਇਉਂ ਮਿਲ ਜਾਂਦੇ ਪ੍ਰਭੂ ਦੇ ਵਿੱਚ, ਜਿਵੇਂ ਨਦੀ ਦੂਰੋਂ ਆਉਂਦੀ ਆਉਂਦੀ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਰੂਪ ਹੀ ਬਣ ਜਾਂਦੀ ਹੈ।
ਸੋ ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਸਾਰੇ ਪਰਿਪੂਰਨ ਜੋ ਪਰਮਾਤਮਾ ਹੈ, ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਉਹਦੇ ਵਿੱਚ ਮਿਲ ਕੇ ਉਹਦਾ ਰੂਪ ਹੀ ਬਣਿਆ। ਉਹਦਾ ਕਿਸੇ ਲੋਕ ਨੂੰ ਜਾਣਾ ਆਉਣਾ ਨਹੀਂ ਹੁੰਦਾ ਹੈ। ਇਹ ਬ੍ਰਹਮ ਗਿਆਨੀਆਂ ਦੀ ਗਤੀ ਇੱਕ ਗਤੀ ਹੈ ਕਾਰਕਾਂ ਦੀ। ਕਾਰਕ ਉਹਨਾਂ ਰੂਹਾਂ ਨੂੰ ਕਹਿੰਦੇ ਹਨ ਜਿਹੜੀਆਂ ਰੂਹਾਂ ਬਖਸ਼ੀਆਂ ਹੋਈਆਂ। ਉਹਨਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ ਰਹਿ ਜਾਂਦਾ। ਉਹਨਾਂ ਨੂੰ ਸਿਰਫ ਦੁਨੀਆ ਦੇ ਫਾਇਦੇ ਵਾਸਤੇ ਸਰੀਰ ਧਾਰਨਾ ਪੈਂਦਾ ਹੈ, ਆਪਣੇ ਵਾਸਤੇ ਨਹੀਂ। ਉਹ ਇਉਂ ਸਮਝ ਲਓ, ਇੱਕ ਮਿਸਾਲ ਦੁਆਰਾ ਇੱਕ ਜੇਲ੍ਹ ਖਾਨਾ ਹੈ। ਜੇਲ੍ਹ ਖਾਨੇ ਦੇ ਵਿੱਚ ਬਹੁਤ ਸਾਰੇ ਕੈਦੀ ਹਨ। ਜਿਹੜੇ ਕੈਦੀ ਹਨ ਉਹਨਾਂ ਨੇ ਕੋਈ ਨਾ ਕੋਈ ਜੁਰਮ ਕੀਤਾ ਹੈ, ਕੋਈ ਨਾ ਕੋਈ ਗਲਤੀ ਕੀਤੀ ਹੈ, ਜਿਸ ਕਰਕੇ ਉਸ ਦਾ ਫਲ ਉਹ ਜੇਲ੍ਹ ਖਾਨਾ ਭੁਗਤ ਰਹੇ। ਕਿਸੇ ਨੂੰ ਥੋੜ੍ਹੀ ਸਜ਼ਾ ਹੈ, ਕਿਸੇ ਨੂੰ ਬਹੁਤੀ ਸਜ਼ਾ ਹੈ। ਉਹ ਸਾਰੇ ਹੀ ਮੁਜਰਮ ਹਨ। ਪਰ ਉਸੀ ਜੇਲ੍ਹ ਖਾਨੇ ਦੀ ਚਾਰ ਦੀਵਾਰੀ ਦੇ ਅੰਦਰ ਡਾਕਟਰ ਵੀ ਜਾਂਦਾ ਹੈ ਔਰ ਦਰੋਗਾ ਜੇਲ੍ਹ ਵੀ ਜਾਂਦਾ ਹੈ। ਡਾਕਟਰ ਮੁਜਰਮ ਨਹੀਂ, ਡਾਕਟਰ ਉਹਨਾਂ ਨੂੰ ਦਵਾਈ ਬੂਟੀ ਦੇਣ ਜਾਂਦਾ ਔਰ ਦਰੋਗਾ ਦੇਖਭਾਲ ਵਾਸਤੇ ਜਾਂਦਾ ਹੈ। ਇਸੀ ਤਰ੍ਹਾਂ ਹੀ ਸੰਸਾਰ ਇੱਕ ਜੇਲ੍ਹ ਖਾਨਾ ਹੈ। ਦੁਨੀਆ ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ, ਪਰ ਉਹ ਰੂਹਾਂ ਜਿਨ੍ਹਾਂ ਨੂੰ ਕਾਰਕ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਕੁਛ ਕਰਨਾ ਧਰਨਾ ਬਾਕੀ ਨਹੀਂ, ਉਹ ਆਪਣੇ ਵਾਸਤੇ ਨਹੀਂ ਆਉਂਦੇ, ਉਹ ਟੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ ਹਨ। ਜਿਨ੍ਹਾਂ ਦੀ ਬਾਬਤੀ ਦੱਸੇ ਗੁਰੂ ਅਰਜਨ ਦੇਵ ਜੀ ਨੇ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਣ ਮਿਲਾ। ਉਹਦਾ ਮਤਲਬ ਇਹ ਕੁਛ ਹੁੰਦਾ ਹੈ। ਉਹਨਾਂ ਨੂੰ ਕਾਰਕ ਕਿਹਾ ਜਾਂਦਾ। ਰੋ ਵਿਚਾਰ ਆਓ, ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਹਜ਼ੂਰੀ ਵਿੱਚ ਰੂਹਾਨੀ ਦਰਬਾਰ ਸਜਿਆ। ਬੇਅੰਤ ਸੰਗਤ ਬੈਠੀ ਹੋਈ ਜੀਵਨ ਦਾ ਲਾਭ ਖੱਟ ਰਹੀ ਹੈ। ਸੋ ਸਤਸੰਗਤ ਕਰਨ ਵਾਲੇ ਪੁਰਸ਼, ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਆਨੰਦ ਦੱਸਿਆ ਹੈ। ਕਹਿਤ ਕਬੀਰ ਅਬ ਕਹੀਏ ਕਾਹੇ, ਸਾਧ ਸੰਗਤ ਬੈਕੁੰਠੇ ਆਏ। ਆਪਣਾ ਖਿਆਲ ਟਿਕਾਓ, ਬਿਰਤੀ ਹਰੀ ਜਸ ਵਿੱਚ ਲਿਵਲੀਨ ਕਰੋ, ਫਿਰ ਅਨੁਭਵ ਕਰੋ। ਦੇਖੋ ਅੰਦਰੀ ਬੈਕੁੰਠ ਵਰਗਾ ਆਨੰਦ ਪ੍ਰਾਪਤ ਹੁੰਦਾ ਹੈ। ਬੈਕੁੰਠ ਵਿੱਚ ਭਜਨ ਆਨੰਦ ਹੋਇਆ ਕਰਦਾ ਹੈ। ਜਿਹੜੇ ਭਗਤ ਹਨ ਪ੍ਰਭੂ ਦੇ ਧਿਆਨ ਵਿੱਚ ਔਰ ਪ੍ਰਭੂ ਦੇ ਜਸ ਵਿੱਚ ਮਗਨ ਹੁੰਦੇ ਹਨ। ਇਸੀ ਤਰ੍ਹਾਂ ਸਤਸੰਗ ਵਿੱਚ ਵੀ ਐਸਾ ਹੀ ਹੁੰਦਾ ਹੈ। ਸੋ ਇਉਂ ਬੈਕੁੰਠ ਵਰਗਾ ਆਨੰਦ ਪ੍ਰੇਮੀ ਮਾਣ ਰਹੇ ਹਨ। ਸੋ ਇੰਤਜ਼ਾਮ ਕਰਨ ਵਾਲੇ ਪ੍ਰੇਮੀ ਵੀ ਦਰਬਾਰ ਦੇ ਵਿੱਚ ਔਰ ਦੂਰ ਦੂਰ ਤੱਕ ਇੰਤਜ਼ਾਮ ਕਰਨ ਵਾਸਤੇ ਫਿਰਦੇ ਨੇ, ਕਿਉਂਕਿ ਜਿਹੜੇ ਕਈ ਨਵੇਂ ਪ੍ਰੇਮੀ ਆਏ ਹੁੰਦੇ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਵੇਂ ਦਰਬਾਰ ਵਿੱਚ ਆਈਂਦਾ, ਕਿਵੇਂ ਗੁਰੂ ਨੂੰ ਮੱਥਾ ਟੇਕੀਂਦਾ, ਕਿਵੇਂ ਬੈਠਣਾ ਹੈ, ਕਿਵੇਂ ਸ਼ਾਂਤੀ ਦੇ ਨਾਲ ਆਪਣੀ ਬਿਰਤੀ ਜੋੜਨੀ ਹੈ। ਉਹਨਾਂ ਨੂੰ ਉਹ ਇਸ਼ਾਰਤਨ ਸਮਝਾਉਂਦੇ ਹਨ। ਫਿਰ ਕਈ ਦੂਰ ਦੂਰ ਤੱਕ ਫਿਰਦੇ ਹਨ। ਰੌਲਾ ਗੌਲਾ ਚੁੱਪ ਕਰਾਉਣ ਵਾਸਤੇ ਦੂਰ ਦੂਰ ਤੱਕ ਸਿੱਖ ਫਿਰ ਰਹੇ ਹਨ। ਦੂਰ ਜਿਹੜੇ ਪ੍ਰੇਮੀ ਫਿਰ ਰਹੇ ਹਨ, ਕੀ ਦੇਖਿਆ? ਇੱਕ ਕੋਈ ਵਿਦਵਾਨ ਵਿਦਿਆ ਭਾਨੀ ਪੰਡਤ ਆ ਰਿਹਾ ਹੈ, ਜਿਸ ਨੇ 4 ਵੇਦ, 6 ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, ਇਹਨਾਂ ਸਾਰਿਆਂ ਦਾ ਹੀ ਅਧਿਐਨ ਕੀਤਾ ਸੀ। ਵਿਦਿਆ ਪੜ੍ਹ ਕੇ ਬਜਾਏ ਵਿਦਿਆ ਦੇ ਅਮਲ ਕਰਨ 'ਤੇ ਉਸ ਨੂੰ ਲੋਕਾਂ ਦੇ ਨਾਲ ਚਰਚਾ ਕਰਨ ਦਾ ਸੁਭਾਅ ਪੈ ਗਿਆ ਸੀ। ਵਿਦਵਾਨ ਵੀ ਸਾਧ ਸੰਗਤ ਕਈ ਕਿਸਮ ਦੇ ਹੁੰਦੇ ਹਨ। ਜਿਵੇਂ ਮਣੀ ਵਾਲੇ ਸੱਪ ਵੀ ਕਈ ਕਿਸਮ ਦੇ ਹੁੰਦੇ ਹਨ। ਇੱਕ ਤਾਂ ਮਣੀ ਵਾਲਾ ਸੱਪ ਉਹ ਹੁੰਦਾ ਹੈ ਜਿਹੜਾ ਪੂਰਨਮਾਸ਼ੀ ਦੀ ਰਾਤ ਨੂੰ ਆਪਣੀ ਮਣੀ ਬਾਹਰ ਕੱਢ ਕੇ ਰੱਖਦਾ ਹੈ, ਜੰਗਲ 'ਚ ਰਹਿੰਦਾ ਕਿਤੇ। ਚੰਦਰਮਾ ਵਿੱਚੋਂ ਅੰਮ੍ਰਿਤ ਝਰਦਾ ਹੈ, ਮਣੀ ਦੇ ਉੱਪਰ ਡਿੱਗਦਾ, ਉਹ ਅੰਮ੍ਰਿਤ ਚੱਟ ਕੇ ਸ਼ਾਂਤ ਪ੍ਰਾਪਤ ਕਰਦਾ ਹੈ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ ਹੈ, ਜੰਗਲ ਦੇ ਵਿੱਚ ਰਹਿੰਦਾ ਹੈ, ਰਾਤ ਦੇ ਵੇਲੇ ਮਣੀ ਕੱਢ ਕੇ ਬਾਹਰ ਰੱਖ ਦਿੰਦਾ ਸਿਰ 'ਚੋਂ।
ਉਹਦੀ ਰੋਸ਼ਨੀ ਦੂਰ ਤੱਕ ਹੁੰਦੀ ਹੈ, ਉਹਦੇ ਵਿੱਚ ਖੇਲਦਾ ਹੈ। ਖੇਲ ਕੇ ਫਿਰ ਆਪਣੀ ਮਣੀ ਸਿਰ ਵਿੱਚ ਰੱਖ ਕੇ ਫਿਰ ਆਪਣੇ ਬਿਲ ਵਿੱਚ ਜਾ ਵੜਦਾ ਹੈ। ਇੱਕ ਮਣੀ ਵਾਲਾ ਸੱਪ ਇਹੋ ਜਿਹਾ ਹੁੰਦਾ ਹੈ, ਰਾਤ ਨੂੰ ਨਿਕਲਦਾ ਹੈ, ਆਪਣੀ ਮਣੀ ਕੱਢ ਕੇ ਬਾਹਰ ਰੱਖ ਦਿੰਦਾ। ਉਹਦੀ ਰੋਸ਼ਨੀ ਦੇ ਵਿੱਚ ਕੀੜੇ ਕਰਕਟ ਆਉਂਦੇ ਹਨ, ਉਹ ਕੀੜੇ ਕਰਕਟਾਂ ਨੂੰ ਖਾਂਦਾ ਹੈ। ਕਿਉਂ ਇਸੀ ਤਰ੍ਹਾਂ ਵਿਦਵਾਨ ਵੀ ਕਈ ਕਿਸਮ ਦੇ ਹਨ। ਇੱਕ ਤਾਂ ਵਿਦਵਾਨ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਸ਼ਾਂਤ ਪ੍ਰਾਪਤ ਕਰਦੇ ਹਨ, ਮੁਕਤ ਪ੍ਰਾਪਤ ਕਰਦੇ ਹਨ, ਵਿੱਦਿਆ 'ਤੇ ਅਮਲ ਕਰਕੇ ਆਪਣਾ ਜਨਮ ਸਫਲਾ ਕਰਦੇ ਹਨ। ਅਸਲ ਵਿਦਵਾਨ ਉਹ ਹਨ। ਦੂਜੇ ਉਹ ਹਨ ਜਿਹੜੇ ਵਿੱਦਿਆ ਪੜ੍ਹ ਕੇ ਧਨ ਆਦਿ ਕਮਾਉਂਦੇ ਹਨ। ਤੀਜੇ ਇਹੋ ਜਿਹੇ ਵਿਦਵਾਨ ਹਨ ਜਿਹੜੇ ਵਿੱਦਿਆ ਪੜ੍ਹ ਕੇ ਲੋਕਾਂ ਨਾਲ ਚਰਚਾ ਆਦਿ ਕਰਨ ਦਾ ਸੁਭਾਅ ਪੈਦਾ ਕਰਕੇ ਦੂਜਿਆਂ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਹਨ। ਸੋ ਇਹ ਵਿਦਵਾਨ ਇਹੋ ਜਿਹਾ ਸੀ, ਜਿੱਥੇ ਸੁਣਨਾ ਕੋਈ ਵਿਦਵਾਨ ਉੱਥੇ ਪਹੁੰਚਣਾ, ਪਹੁੰਚ ਕੇ ਉਸ ਨੂੰ ਚੈਲੰਜ ਕਰਨਾ ਵੀ ਮੇਰੇ ਨਾਲ ਚਰਚਾ ਕਰ, ਜੇ ਮੈਂ ਜਿੱਤ ਗਿਆ ਤੇਰੇ ਗ੍ਰੰਥ ਖੋਲੂੰ, ਤੂੰ ਜਿੱਤ ਗਿਆ ਮੇਰੇ ਖੋਲਵੀਂ। ਇਉਂ ਵਿਦਵਾਨ ਚੰਗਾ ਸੀ, ਗ੍ਰੰਥਾਂ ਦਾ ਉਠ ਲੱਦੀ ਫਿਰਦਾ ਸੀ ਜਿੱਤ ਜਿੱਤ ਕੇ ਹੋਰਨਾਂ ਨੂੰ। ਉਹ ਆ ਨਿਕਲਿਆ। ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਉਮਰ 7-8 ਸਾਲ ਦੇ ਦਰਮਿਆਨ ਤਖਤ ਆਰੂੜ, ਸੀਸ 'ਤੇ ਜਿਗਾ ਕਲਗੀ ਸਜ ਰਹੀ ਹੈ, 2 ਚਮਰ ਹੋ ਰਹੇ ਹਨ। ਸੋ ਐਸੀ ਸਭਾ ਸੁਧਰਮਾਂ ਦੀ ਸਭਾ ਨੂੰ ਮਾਤ ਕਰਦੀ ਹੈ। ਦੂਰੋਂ ਦੇਖ ਕੇ ਪੁੱਛਣ ਲੱਗਾ, ਇਹ ਠਾਠ ਬਾਠ ਕੈਸਾ? ਇੱਕ ਸਿੱਖ ਜਿਹੜਾ ਫਿਰਦਾ ਸੀ ਉਹ ਕਹਿਣ ਲੱਗਾ, ਪੰਡਤ ਜੀ ਇਹ ਗੁਰੂ ਹਰਕ੍ਰਿਸ਼ਨ ਮਹਾਰਾਜ 8ਵੇਂ ਗੁਰੂ ਨਾਨਕ ਦਾ ਰੂਹਾਨੀ ਦਰਬਾਰ ਹੈ। ਪ੍ਰੇਮੀ ਹਜ਼ੂਰੀ ਵਿੱਚ ਬੈਠੇ ਹਨ, ਕੀਰਤਨ ਗੁਰਬਾਣੀ ਦਾ ਸੁਣਦੇ ਹਨ, ਨੇਤਰਾਂ ਕਰਕੇ ਗੁਰੂ ਕਾ ਦਰਸ਼ਨ ਕਰਦੇ ਹੈ, ਇਉਂ ਆਪਣੇ ਜਨਮ ਨੂੰ ਸਫਲਾ ਕਰਦੇ ਹਨ। ਜਦੋਂ ਇਹ ਗੱਲ ਸੁਣੀ ਹਰਕ੍ਰਿਸ਼ਨ ਮਹਾਰਾਜ ਕਹਿਣ ਲੱਗਾ, ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦੇ ਵਿੱਚ ਵਿਸ਼ਨੂੰ ਦਾ 16 ਕਲਾ ਅਵਤਾਰ ਹੋਏ ਹਨ, ਜਿਨ੍ਹਾਂ ਨੇ ਅਰਜਨ ਨੂੰ ਗਿਆਨ ਕਰਨ ਵਾਸਤੇ 18 ਅਧਿਆਈ ਗੀਤਾ ਉਚਾਰਨ ਕੀਤੀ ਸੀ ਕੁਰੂਕਸ਼ੇਤਰ ਦੇ ਯੁੱਧ ਵਿੱਚ। ਸੋ ਉਹ ਹੋਏ ਹਨ, ਉਹਨਾਂ ਦੇ ਨਾਂ ਨਾਲ ਵੀ 2 ਅੱਖਰ ਜ਼ਿਆਦਾ ਲਗਾ ਲਏ। ਛੋਟੀ ਉਮਰ ਜਾਣ ਕੇ ਸ਼ੰਕਾ ਪੈਦਾ ਹੋਇਆ, ਜਗਤ ਕੀ ਭੇਡਾ ਚਾਲ ਚਲਤੇ ਕੇ ਪਾਛੇ ਚਲੇ, ਪਰਮਾਰਥਾਂ ਸੰਭਾਲਦੇ ਖੁਜਾ ਕੀ ਮੂਰਤਾ। ਇਹੋ ਜਿਹੇ ਕੁਤਰਕ ਦੇ ਬਚਨ ਉਚਾਰਨੇ ਸ਼ੁਰੂ ਕੀਤੇ, ਪਰ ਸਿੱਖ ਤੋਂ ਗੁਰੂ ਦੀ ਸ਼ਾਨ ਵਿੱਚ ਕੋਈ ਇਹੋ ਜਿਹਾ ਲਫ਼ਜ਼ ਨਹੀਂ ਸੁਣਿਆ ਜਾਂਦਾ ਹੁੰਦਾ। ਸਿੱਖ ਕਹਿਣ ਲੱਗਾ, ਪੰਡਤ ਜੀ ਉਹ ਫਿਰ ਨਾਲ ਦੀ ਨਾਲ ਇਹ ਲਫ਼ਜ਼ ਵੀ ਕਿਹਾ, ਉਹਨਾਂ ਨੇ ਭਲਾ 18 ਅਧਿਆਈ ਗੀਤਾ ਉਚਾਰਨ ਕੀਤੀ, ਮੈਨੂੰ ਜੇ ਇੱਕ ਸ਼ਲੋਕ ਦੇ ਅਰਥ ਵੀ ਕਰਕੇ ਦੱਸ ਦੇਣ ਤਾਂ ਵੀ ਮੈਂ ਮੰਨ ਲਵਾਂ। ਇਹ ਸੁਣ ਕੇ ਸਿੱਖ ਨੇ ਕਿਹਾ, ਪੰਡਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਹੈ, ਉਹੀ 8ਵਾਂ ਗੁਰੂ ਨਾਨਕ ਹੈ, ਜੋਤ ਉਹੀ ਹੈ, ਜੁਗਤੀ ਵੀ ਉਹੀ ਹੈ, ਸਿਰਫ ਸਰੀਰ ਰੂਪੀ ਕਾਇਆ ਪਲਟੀ ਹੋਈ ਹੈ। ਸੋ ਇਸ ਕਰਕੇ ਉਹ ਗੁਰੂ ਨਾਨਕ ਜੀ ਨੇ ਕਾਸ਼ੀ ਵਿੱਚ ਇੱਕ ਮਰੇ ਕੁੱਤੇ ਨੂੰ ਜਿਉਂਦਾ ਕਰਕੇ ਇੱਕ ਵਿਦਿਆ ਮਹਾਨੀ ਪੰਡਤ ਨਾਲ ਚਰਚਾ ਕਰਵਾ ਕੇ ਉਸ ਨੂੰ ਹਰਵਾਇਆ ਸੀ। ਉਹ ਗੁਰੂ ਨਾਨਕ ਹੈ। ਇੱਕ ਸ਼ਲੋਕ ਦੇ ਅਰਥ ਇਹ ਕੋਈ ਵੱਡੀ ਗੱਲ ਨਹੀਂ, ਠਹਿਰੋ ਇੱਥੇ ਮੈਂ ਆਉਣਾ। ਸਿੱਖ ਦੌੜ ਕੇ ਆਇਆ, ਆ ਕੇ ਅਰਜ਼ ਕੀਤੀ ਗਰੀਬ ਨਵਾਜ਼, ਇੱਕ ਵਿਦਿਆ ਮਹਾਨੀ ਪੰਡਤ ਹੈ ਕੋਈ, ਉਹਨੂੰ ਸ਼ਾਂਤ ਨਹੀਂ ਹੈ, ਉਹ ਚਾਹੁੰਦਾ ਹੈ ਗੀਤਾ ਦੇ ਇੱਕ ਸ਼ਲੋਕ ਦੇ ਅਰਥ ਕਰਕੇ ਆਪ ਸੁਣਾਓ ਉਸ ਨੂੰ ਸ਼ਾਂਤ ਆ ਜਾਏਗੀ। ਆਪਦਾ ਬਿਰਧ ਹੈ ਦੂਜਿਆਂ ਨੂੰ ਸ਼ਾਂਤੀ ਦੇਣੀ। ਗੁਰੂ ਜੀ ਨੇ ਮੁਸਕਰਾ ਕੇ ਕਿਹਾ, ਬੁਲਾ ਲਿਆ। ਬੁਲਾ ਲਿਆਂਦਾ, ਆ ਕੇ ਉੱਪਰੀ ਉੱਪਰੀ ਨਮਸਕਾਰ ਕਰਕੇ ਬਹਿ, ਕਿਉਂਕਿ ਸ਼ਰਧਾ ਤਾਂ ਚਿੱਤ ਵਿੱਚ ਹੈ ਨਹੀਂ ਸੀ। ਸੋ ਕਹਿਣ, ਸੁਣਾਓ ਪੰਡਤ ਜੀ। ਉਹ ਕਹਿਣਗਾ, ਹਾਂ ਮਹਾਰਾਜ, ਮੈਨੂੰ ਗੀਤਾ ਦੇ ਅਰਥਾਂ ਦਾ ਬੜਾ ਸ਼ੌਕ ਹੈ, ਜੇ ਕਿਰਪਾ ਕਰਕੇ ਮੈਨੂੰ ਇੱਕ ਸ਼ਲੋਕ ਦੇ ਅਰਥ ਸੁਣਾਵੋ। ਗੁਰੂ ਜੀ ਨੇ ਸੋਚਿਆ, ਜੇਕਰ ਅਸੀਂ ਅਰਥ ਕਰ ਦਿੱਤੇ ਇਹਦਾ ਸੰਸਾਰ ਫਿਰ ਵੀ ਦੂਰ ਨਹੀਂ ਹੋਣਾ। ਇਹ ਸਮਝੇਗਾ ਇਹਨਾਂ ਦੇ ਪਿਤਾ ਨੇ ਪੜ੍ਹਾਤਾ ਹੋਣਾ। हाँ, कहने लगे, पंडित जी देखो कितना बड़ा कस्बा है पंजोखरा, जी तो कहो उस तो गुरु नानक की कृपा करके अर्थ करवाए जा सकते हैं। पिंड विच गया, छज्जू नाम करके चीवर
ਬੋਲਾ ਵੀ ਸੀ ਔਰ ਗੂੰਗਾ ਵੀ ਸੀ। ਮੂੜ ਜਿਹਾ ਸੀ, ਉਸ ਨੂੰ ਪਕੜ ਕੇ ਲਾਇਆ, ਕਹਿਣ ਲੱਗਾ ਇਹ ਤੋਂ ਅਰਥ ਕਰਵਾਓ। ਗੁਰੂ ਜੀ ਨੇ ਆਪਣੀ ਹੱਥ ਵਿੱਚ ਜੋ ਕਿ ਛੋਟੀ ਜਿਹੀ ਛਟੀ ਉਮਰ ਦੇ ਲਿਹਾਜ਼ 'ਤੇ ਸੀ, ਉਹ ਗੂੰਗੇ ਦੇ ਸਿਰ 'ਤੇ ਰੱਖਤੀ। ਛਟੀ ਨਹੀਂ ਰੱਖੀ, ਮਾਨੋ ਇਸ ਬਹਾਨੇ ਸਾਰੀ ਦੁਨੀਆ ਦੀ ਵਿੱਦਿਆ ਉਸਦੇ ਦਿਮਾਗ ਵਿੱਚ ਭਰਤੀ। ਹੁਣ ਇੱਧਰੋਂ ਪੰਡਤ ਸੰਸਕ੍ਰਿਤ ਸ਼ਲੋਕ ਬੋਲਦਾ ਹੈ, ਉਹ ਛੱਜੂ ਗਜ਼ਬ ਦੇ ਅਨੁਭਵੀ ਅਰਥ ਕਰਕੇ ਸੁਣਾਉਂਦਾ ਹੈ, ਜਿਸ ਨੂੰ ਸੁਣ ਕੇ ਪੰਡਤ ਦੰਗ ਰਹਿ ਜਾਂਦਾ ਹੈ। ਵਿਦਿਆ ਮਹਾਨ ਦੂਰ ਹੋ ਕੇ ਗੁਰੂ ਚਰਨੀ ਲੱਗ ਕੇ ਭਗਤੀ ਕਰਕੇ ਸਾਧ ਸੰਗਤ ਦੀ ਸੇਵਾ ਕਰਕੇ ਮਨ ਨੂੰ ਸ਼ਾਂਤ ਪ੍ਰਾਪਤ ਕੀਤੀ। ਉੱਥੇ ਹੀ ਦੱਸਦੇ ਹਨ ਗੁਰੂ ਨਾਨਕ ਉਹ ਹੈ ਜੋ ਮੂਰਖਾਂ ਨੂੰ ਵੀ ਪੰਡਤ ਬਣਾਉਣ ਨੂੰ ਸਮਰੱਥ ਹੈ। ਜਿਹੜਾ ਮੂਰਖਾਂ ਤੋਂ ਪੰਡਤ ਬਣਾਵੇ, ਜਿਹੜਾ ਮੂਰਖਾਂ ਤੋਂ ਪੰਡਤ ਬਣਾ, ਜਿਵੇਂ 8ਵੇਂ ਗੁਰੂ ਨਾਨਕ ਨੇ ਪੰਜੋਖਰੇ ਉਸ ਗੂੰਗੇ ਤੋਂ ਗਿਆਨ ਕਰਵਾਇਆ, ਇਸੀ ਤਰ੍ਹਾਂ ਇੱਧਰ ਪਹੁੰਚੋ ਉਸ ਜੰਗਲ ਵਿੱਚ ਬਘਿਆੜ ਨੂੰ ਗੁਰੂ ਜੀ ਕਹਿੰਦੇ ਨੇ, ਭਾਈ ਮਰਦਾਨਾ ਕੁਛ ਪੁੱਛਣਾ ਚਾਹੁੰਦਾ ਹੈ, ਇਸ ਦਾ ਸੰਸਾ ਦੂਰ ਕਰ। ਉਸ ਨੂੰ ਵੀ ਮਨੁੱਖੀ ਬੋਲੀ ਬੋਲਣ ਵਿੱਚ ਤਾਕਤ ਹੋ ਆਈ। ਬਘਿਆੜ ਕਹਿੰਦਾ, ਭਾਈ ਮਰਦਾਨਾ ਮੈਂ 8 ਦਿਨ ਦਾ ਭੁੱਖਾ ਹਾਂ, 8 ਦਿਨ ਹੋ ਗਏ ਮੈਨੂੰ ਕੁਛ ਖਾਣ ਵਾਸਤੇ ਨਹੀਂ ਮਿਲਿਆ। ਕਿਸੇ ਵਾਸਤੇ 8 ਦਿਨ ਦੀ ਭੁੱਖ ਕੈਸੀ ਦੁਖਦਾਈ ਹੁੰਦੀ ਹੈ, ਫਿਰ ਤਾਮਸੀ ਜੋਨੀ ਦੇ ਜਾਨਵਰਾਂ ਵਾਸਤੇ ਤਾਂ ਬਹੁਤੀ ਹੀ ਹੁੰਦੀ ਹੈ। ਜਿਸ ਵਕਤ ਮੈਂ ਦੂਰੋਂ ਇਸ ਮੁਰਦੇ ਨੂੰ ਵੇਖਿਆ, ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਤੂੰ ਰਬਾਬ ਵਜਾਉਂਦਾ ਸੈਂ, ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ। ਦੂਰੋਂ ਉਹ ਸ਼ਬਦ ਮੇਰੇ ਕੰਨ ਦੁਆਰ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਪਵਿੱਤਰ ਕਰ ਗਿਆ, ਜਿਸ ਕਰਕੇ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਿਕ ਜਾਂ ਕਿ ਆਸਤਿਕ। 2 ਕਿਸਮ ਦੇ ਲੋਕ, ਰੱਬ ਦੀ ਹਸਤੀ ਤੋਂ ਮੁਨਕਰ ਜਿਹੜੇ ਹਨ ਉਹਨਾਂ ਨੂੰ ਨਾਸਤਿਕ ਕਹਿੰਦੇ ਹਨ, ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖਣ ਵਾਲੇ ਉਹਨਾਂ ਨੂੰ ਆਸਤਿਕ ਕਹਿੰਦੇ ਹਨ। ਭਾਵੇਂ ਇਹ ਦੋਵੇਂ ਖਿਆਲ ਹਨ, ਖਿਆਲਾਂ ਦੇ ਅਨੁਸਾਰ ਹੀ ਇਨਸਾਨ ਦਾ ਜੀਵਨ ਹੈ, ਉਸ ਦੇ ਅਨੁਸਾਰ ਹੀ ਫਲ ਮਿਲਣਾ ਹੈ, ਉਸ ਦੇ ਅਨੁਸਾਰ ਹੀ ਸੁਖ ਜਾਂ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਜਿਹੜੇ ਨਾਸਤਿਕ ਖਿਆਲਾਤ ਹਨ ਇਹ ਗਲਤ ਹਨ। ਰੱਬ ਹੈ ਨਹੀਂ, ਐਡੀ ਵੱਡੀ ਸ੍ਰਿਸ਼ਟੀ ਭਲਾ ਦੱਸੋ ਕਿਹਨੇ ਰਚੀ? ਆਪਣੇ ਆਪ ਹੀ ਰਚੀ ਗਈ। ਜੇ ਕੋਈ ਕਹੇ ਇਹ ਮਕਾਨ ਜਾਂ ਸ਼ਹਿਰ ਪਿੰਡ ਇਹ ਮਿਸਤਰੀਆਂ ਨੇ
ਕਾਰੀਗਰਾਂ ਨੇ ਬਣਾਏ। ਕਾਰੀਗਰ ਕਿਹਨੇ ਬਣਾਏ? ਕਾਰੀਗਰ ਦੱਸੋ ਕਿਹਨੇ ਬਣਾਇਆ? ਉਹ ਵੀ ਆਪ ਹੀ ਨਹੀਂ ਬਣੇ, ਉਹਦਾ ਕਰਤਾ ਪਰਮਾਤਮਾ। ਇਹਨੇ ਪ੍ਰਗੰਦਾ ਖਿਆਲ ਹੋਣ ਕਰਕੇ ਬੁਰਾਈਆਂ ਵਿੱਚ ਲੱਗ ਕੇ ਕਹਿਣ ਲੱਗ ਪੈਂਦਾ ਰੱਬ ਹੈ ਨਹੀਂ, ਹਿਸਾਬ ਕਿਤਾਬ ਮੰਗਣ ਵਾਲਾ ਕੋਈ ਹੈ ਨਹੀਂ। ਇਹੋ ਜਿਹੇ ਖਿਆਲ ਇਹਦੇ ਚਿੱਤ ਵਿੱਚ ਆ ਬਹਿੰਦੇ ਹਨ, ਉਹਨਾਂ ਨੂੰ ਨਾਸਤਿਕ ਕਹਿੰਦੇ ਹਨ। ਸੋ ਉਹ ਕਹਿੰਦਾ ਹੈ ਬਘਿਆੜ ਭਾਈ ਮਰਦਾਨਾ, ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਨਾਸਤਿਕ ਰਿਹਾ ਹੈ। ਇਸਨੇ ਰੱਬ ਦੀ ਹਸਤੀ 'ਤੇ ਕਦੇ ਵੀ ਵਿਸ਼ਵਾਸ ਨਹੀਂ ਲਿਆਂਦਾ। ਇਹ ਜਾਣ ਕੇ ਨਾਸਤਿਕਤਾ ਸਾਰੇ ਪਾਪਾਂ ਦੀ ਮਾਂ ਹੈ। ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਮੈਂ ਇਸ ਨਿਸ਼ਚਿਤ ਜੋਨੀ ਬਘਿਆੜ ਜੋਨੀ ਵਿੱਚ ਫਿਰ ਰਿਹਾ ਹਾਂ। ਜੇਕਰ ਇਹ ਜਿਹੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਮੇਰੇ ਵਾਸਤੇ ਕੋਈ ਇਦੋਂ ਵੀ ਨਿਸ਼ਚਿਤ ਜੋਨੀ ਨਾ ਪ੍ਰਾਪਤ ਹੋਵੇ। ਇਹ ਜਾਣ ਕੇ ਮੈਂ ਛੋੜ ਦਿੱਤਾ। ਫਿਰ ਚੂੰਕਿ ਭੁੱਖ ਡਾਢੀ ਲੱਗੀ ਸੀ, 5-4 ਕਦਮ ਜਾ ਕੇ ਖਿਆਲ ਆਇਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ, ਦੇਖੀਏ ਥੋੜ੍ਹਾ ਬਹੁਤਾ ਖਾ ਕੇ ਥੋੜ੍ਹੀ ਬਹੁਤੀ ਭੁੱਖਤਾ ਦੂਰ ਕਰਾਂ। ਕਿਤੇ ਪੈਰਾਂ ਨਾਲ ਚੱਲ ਕੇ ਸਤਸੰਗ ਵੀ ਚਲਿਆ ਗਿਆ ਹੋਣਾ, ਹੱਥੀਂ ਕਿਤੇ ਸੇਵਾ ਜਾਂ ਦਾਨ ਆਦਿ ਕਰ ਬੈਠਾ ਹੋਣਾ ਹੈ। ਇਸੀ ਤਰ੍ਹਾਂ ਸਾਰੇ ਅੰਗ ਸੁੰਘੇ, ਹੋਰ ਨਹੀਂ ਜੇ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਇਹਦੇ ਸਰੀਰ 'ਤੇ ਪੈ ਗਈ ਹੋਵੇ, ਕੋਈ ਅੰਗ ਪਵਿੱਤਰ ਹੋਵੇ, ਇਉਂ ਖਾ ਕੇ ਦੂਰ ਕਰਾਂ। ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਸ ਕਰਕੇ ਮੈਂ ਇਸ ਨੂੰ ਛੱਡ ਦਿੱਤਾ। ਕਿਉਂਕਿ ਪਹਿਲੇ ਹੀ ਪਰਮੇਸ਼ਰ ਨੇ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ, 18 ਵੱਡੇ ਵੱਡੇ ਬਣਾਏ ਹੋਏ ਹਨ। ਮੈਂ ਜਾਣਿਆ ਵੀ ਜੇਕਰ ਇਹੋ ਜਿਹੇ ਪਾਪੀ ਪੁਰਸ਼ ਦਾ ਮਾਂਸ ਖਾ ਲਿਆ, ਕਿਤੇ ਮੇਰੇ ਵਾਸਤੇ ਨਵੀਂ ਨਰਕ ਨਾ ਤਿਆਰ ਹੋਵੇ। ਇਹ ਜਾਣ ਕੇ ਮੈਂ ਇਸ ਨੂੰ ਛੱਡਤਾ। ਭੁੱਖ ਤਾਂ ਡਾਢੀ ਲੱਗੀ ਹੋਈ ਹੈ। ਐਨੀ ਗੱਲ ਜਦੋਂ ਉਸਨੇ ਕਹੀ ਤੇ ਗੁਰੂ ਬਾਬਾ ਜੀ ਮੁਸਕਰਾ ਕੇ ਕਹਿੰਦੇ, ਮਰਦਾਨਿਆਂ ਸੁਣ ਲਿਆ, ਉਹ ਭਗਤਹੀਨ ਪੁਰਸ਼ਾਂ ਨੂੰ ਇਹੋ ਜਿਹੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ ਹਨ। ਰਬਾਬ ਉਠਾ, ਮਰਦਾਨੇ ਨੇ ਰਬਾਬ ਉਠਾਇਆ। ਹਜ਼ੂਰ ਨੇ ਐਸੇ ਉਚਾਰਨ ਕੀਤਾ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ, ਜਿਹੜੇ ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ। काहे जग आए
भाई रे भगतहीन काहे जग आया, पूरे गुरु की सेव न कीनी, बिरथा जन्म गवाया। भगतहीन पुरुष क्यों मनुखा दे धार के दुनिया ते आया, जिसने पूरे गुरु की सेवा नहीं की, वाहिगुरू की भगती नहीं की, ਉਹਦਾ ਮਨੁੱਖਾ ਸਰੀਰ ਧਾਰਨ ਕੀਤਾ। ਇਉਂ ਸਮਝੋ ਜਿਵੇਂ ਕਿਸੇ ਬੱਕਰੀ ਦੇ ਗਲ ਵਿੱਚ 2 ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਬੇਅਰਥ ਮੰਨਿਆ। ਇਸੀ ਤਰ੍ਹਾਂ ਹੀ ਮਨੁੱਖਾਂ ਦੇ ਧਾਰੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਬੇਅਰਥ ਹੈ। ਗੁਰੂ ਜੀ ਮਰਦਾਨੇ ਨੂੰ ਖੋਲ੍ਹ ਕੇ ਦੱਸਦੇ ਹਨ, ਮਰਦਾਨਿਆਂ ਜਿਨ੍ਹਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ ਬਲਕਿ ਬੁਰੇ ਥਾਵੀਂ ਜਾਂਦਾ ਹੈ, ਉਹਨਾਂ ਪੈਰਾਂ ਨਾਲੋਂ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਸਮਝੋ। ਜਿਨ੍ਹਾਂ ਹੱਥਾਂ ਦੇ ਨਾਲ ਗੁਰੂ ਸੰਗਤ ਦੀ ਟਹਿਲ ਸੇਵਾ ਜਾਂ ਦਾਨ ਆਦਿਕ ਨਹੀਂ ਕਰਦਾ, ਉਹਨਾਂ ਹੱਥਾਂ ਨਾਲੋਂ ਬਲਕਿ ਬੁਰਾਈਆਂ ਕਰਦਾ ਹੈ, ਉਹਨਾਂ ਹੱਥਾਂ ਨਾਲੋਂ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ। ਜਿਨ੍ਹਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਤਾਂ ਦਿਨ ਰਾਤ ਸੁਣਦਾ ਹੈ, ਪਰ ਵਾਹਿਗੁਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ, ਉਹਨਾਂ ਕੰਨਾਂ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ। ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ, ਪਰ ਪਿਆਰ ਨਾਲ ਗੁਰੂ ਸਵਾਰਾਂ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਲੀਆਂ ਹਨ। ਜਿਸ ਜ਼ੁਬਾਨ ਦੇ ਨਾਲ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਤਾਂ ਦਿਨ ਰਾਤ ਬੋਲਦਾ ਹੈ, ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ੁਬਾਨ ਦੇ ਨਾਲੋਂ ਡੱਡੂ ਦੀ ਮੇਂਢਕ ਦੀ ਜ਼ੁਬਾਨ ਚੰਗੀ ਹੈ। ਜਿਹੜਾ ਸਿਰ ਭਾਵੇਂ ਹੀਰੇ ਲਾਲ ਜਵਾਹਰ ਆਦਿ ਦੇ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਵਾਹਿਗੁਰੂ ਦੀ ਭਗਤੀ ਤੋਂ ਯਾਨੀ ਨਮਸਕਾਰ ਭਗਤੀ ਤੋਂ ਹੀਣਾ ਹੈ, ਉਹ ਸਿਰ ਭਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਉਹ ਪੱਥਰ 'ਤੇ ਛੂਹਣ ਹੈ। ਇਸ ਕਰਕੇ ਸਾਰਾ ਸਰੀਰ ਹੀ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਬੇਅਰਥ ਹੈ। ਇਸ ਕਰਕੇ ਗੁਰੂ ਜੀ ਕਹਿੰਦੇ ਨੇ, ਆਪਨੇ ਆਏ ਸਿਸ਼ਟ ਮੇਂ ਬਿਨ ਬੂਝੇ ਅਸੂਠ ਹੋ। ਮਨੁੱਖਾਂ ਦੇ ਧਾਰ ਕੇ ਸੰਸਾਰ 'ਤੇ ਆਤ ਆਏ, ਬਲਕਿ ਹੈਵਾਨ ਹੀ ਨਹੀਂ ਮਰੇ ਹੋਏ ਹੈਵਾਨਾਂ ਦੀ ਤੁਲ ਹਨ ਉਹ ਲੋਕ। ਹਾਂ, ਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਨੇ, ਏਕ ਭਗਤ ਭਗਵਾਨ ਜੇ ਪ੍ਰਾਨੀ ਕੇ ਨਾਹੇ ਮਨ, ਜੈਸੇ ਸ਼ੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਵਾਹਿਗੁਰੂ ਦੀ ਭਗਤੀ ਜਿਸ ਪ੍ਰਾਨੀ ਦੇ ਮਨ ਵਿੱਚ ਨਹੀਂ, ਉਹਦਾ ਸਰੀਰ ਸ਼ੂਕਰ ਸਵਾਨ ਕੀਏ ਕੁੱਕਰ ਦੀ ਨਹੀਂ ਸਮਝੋ। ਸੋ ਵਿਅਰਥ ਹੈ ਤਾਂ ਤੇ ਮਾਨੁਖ ਤਨ ਧਾਰਨ ਦਾ ਪਰਮ ਪ੍ਰਯੋਜਨ ਵਾਹਿਗੁਰੂ ਦੀ ਭਗਤੀ ਸੇਵਾ ਆਦਿ ਹੈ। ਇਸ ਕਰਕੇ ਇਸ ਮਾਨਵ ਤਨ ਨੂੰ ਸੇਵਾ ਭਗਤੀ ਕਰਕੇ ਸਫਲਾ ਕਰੋ, ਜਿਸ ਦੀ ਸੂਝ ਬੂਝ ਸਤਸੰਗ ਤੋਂ ਹੀ ਪਿਆ ਕਰਦੀ, ਐਵੇਂ ਪੈਂਦੀ ਨਹੀਂ ਹੈ। ਹੁਣ ਸਾਰੇ ਪ੍ਰੇਮੀ ਪਹਿਲੇ ਆਨੰਦ ਸਾਹਿਬ ਦੇ ਵਿੱਚ ਬੋਲੋ, ਉਸ ਤੋਂ ਬਾਅਦ ਗੁਰੂ ਸਤੋਤਰ ਵਿੱਚ ਬੋਲ ਕੇ ਫਿਰ ਅਰਦਾਸ ਹੋਵੇਗੀ। ਹੁਕਮਨਾਮਾ ਸੁਣ ਕੇ ਪ੍ਰਸ਼ਾਦ ਲੈ ਕੇ ਚਾਲੇ ਪਾਉਣੇ। ਕੱਲ੍ਹ ਦਾ ਦੀਵਾਨ ਬਾਕੀ ਹੈ। ਰਾਮਕਲੀ ਮਹਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਸੁਣ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। Karna
कहे नानक सुनो संतो शब्द करो प्यारो साचा। पाया जिन कौसे नाम हर के लागे। पार ब्रह्म पाया उतरे सगल सूरे। नाम ध्याया जय मशक्कत भाग। धन है धन है धन है गुरु नानक साहिब धन है। धन है गुरु अंगद साहिब जी धन है। धन है अमरदास जी धन है। धन है रामदास जी धन है। धन है अर्जुन साहिब धन है। धन है हरगोबिंद साहिब धन है। धन है श्री हरराय जी धन है। धन है श्री हरकृष्ण जी धन है। धन है गोविंद सिंह जी धन है।
ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਕਦੇ ਨਾ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇ ਨਾ ਬੋਲ ਪਿਆਰਿਆ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲੱਗੇ ਨਾ ਬੋਲ ਪਿਆਰਿਆ ਅਮਰਦਾਸ ਰਾਮਦਾਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰਨੋ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਸ਼ਲੋਕ ਮਹੱਲਾ ਦੂਜਾ। ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ। ਤਿਸੇ ਅੱਗੇ ਨਾਨਕਾ ਖਲੇ ਕੀਚੈ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀਵਾ। ਦਸਾਂ ਪਾਤਸ਼ਾਹੀਆਂ ਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀਵਾ।
ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਪੰਜਾਂ ਤਖਤਾਂ, ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ, ਵੰਡ ਛਕਿਆ, ਧਰਮ ਹੈ ਸੀਸ ਦਿੱਤੇ, ਚਰਖੀਆਂ ਤੇ ਚੜੇ, ਬੰਦ ਬੰਦ ਕੁਟਵਾਏ, ਸਿਦਕ ਨਹੀਂ ਹਾਰਿਆ। ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਕਾਲ ਪੁਰਖ ਵਾਹਿਗੁਰੂ, ਸਿੱਖਾਂ ਨੂੰ ਸਿੱਖੀ ਦਾਨ। ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਸੱਚੇ ਪਾਤਸ਼ਾਹ ਸਿੱਖੀ ਸਿਧ, ਕੇਸਾਂ ਸਵਾਸਾਂ ਸੰਗ ਨਿਭਾਉਣਾ। ਹੇ ਕਰਣਾ ਨਿਧਾਨ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਦੀਵਾਨ ਸਜਾਏ ਹਨ, ਕੀਰਤਨ ਬਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ, ਅੱਗੇ ਵਾਸਤੇ ਸੁਧ ਸਪਸ਼ਟ, ਕੀਰਤਨ ਬਖਿਆਨ ਕਰਨ ਦਾ ਵੱਲ ਬਖਸ਼ੋ। ਹੇ ਮਿਹਰਬਾਨ, ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ, ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ, ਆਪ ਜੀ ਦੇ ਦਰ ਤੇ ਪ੍ਰਵਾਨ ਕਰੋ, ਨਾਮਦਾਨ, ਸਿੱਖੀ ਦਾਨ, ਭਰੋਸਾ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ, ਸੀਧ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਤੋਂ ਬਚਾ ਕੇ, ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ। ਸਹੀ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ, ਅਠੇ ਪਹਿਰ ਚਿਤ ਆਵੇ। ਕਲਾ ਵਾਹਿਗੁਰੂ ਜੀ ਕੀ ਵਰਤੇ, ਧੰਨ ਗੁਰੂ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਖੋਜਤ ਖੋਜਤ ਤਤ ਵਿਚਾਰਿਓ, ਦਾਸ ਗੋਬਿੰਦ ਪਰਾਇਣ। ਅਬਨਾਸੀ ਖੇਮ ਚਾਹੇ ਜੇ ਨਾਨਕ, ਸਦਾ ਸਿਮਰ ਨਾਰਾਇਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਧ ਸੰਗਤ ਜੀ, ਆਪ ਜੀ ਹਜ਼ੂਰ ਦੀ ਪਾਵਨ ਰਸਾਂ ਤੋਂ ਸੁਣ ਹੀ ਚੁੱਕੇ ਹੋ ਕਿ ਇਸ ਟਾਉਣ ਦਾ
ਆਖਰੀ ਦੀਵਾਨ ਕੱਲ ਸ਼ਾਮ ਨੂੰ ਇਸੇ ਹੀ ਟਾਈਮ ਇਸੇ ਹੀ ਥਾਂ ਲੱਗੇਗਾ। 8 ਦੀਵਾਨ ਪ੍ਰਬੰਧਕਾਂ ਨੇ ਬੇਨਤੀ ਕਰਕੇ ਮਹਾਂਪੁਰਸ਼ਾਂ ਦੇ ਕੀਮਤੀ ਸਮੇਂ 'ਚੋਂ ਲਏ ਸੀ। 7 ਦੀਵਾਨ ਸਮਾਪਤ ਹੋ ਚੁੱਕੇ ਨੇ। 8ਵਾਂ ਦੀਵਾਨ ਕੱਲ ਸਮੇਂ ਸਿਰ ਪੁੱਜ ਕਰਕੇ ਸਰਵਣ ਕਰੋ। ਉਸ ਤੋਂ ਅਗਲਾ ਪਰਸੋਂ ਦਾ ਦੀਵਾਨ ਇੱਕ ਕੇਵਲ 26 ਤਾਰੀਖ ਵੀਰਵਾਰ ਨੂੰ ਬੈਡਫੋਰਡ ਲੱਗੇਗਾ। ਉਪਰੰਤ 3 ਦੀਵਾਨ 27, 28, 29 ਲੂਟਨ ਦੇ ਪ੍ਰੇਮੀਆਂ ਨੇ ਬੇਨਤੀ ਕਰਕੇ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਲੈ ਲਏ ਨੇ। ਸੰਡੇ ਐਤਵਾਰ ਨੂੰ ਅੰਮ੍ਰਿਤ ਵੇਲੇ ਦੀ ਕੁਰਸੀ ਵੀ ਲੂਟਨ ਲੱਗੇਗੀ ਅਤੇ ਇੱਥੋਂ ਦੇ ਪ੍ਰੇਮੀ ਜੋ ਨਿੱਤਾ ਪ੍ਰਤੀ ਪੁੱਜਦੇ ਨੇ ਰੋਜ਼ ਹੀ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਕਿ ਆਖਰੀ ਦਿਨ ਅੰਮ੍ਰਿਤ ਪ੍ਰਚਾਰ ਹੋਵੇਗਾ। ਬਹੁਤ ਸਾਰੇ ਪ੍ਰੇਮੀ ਦੇ ਨਾਂ ਆ ਚੁੱਕੇ ਨੇ। ਬਾਕੀ ਨਾਮ ਲਿਖਾਉਣ ਦੀ ਕੋਸ਼ਿਸ਼ ਕਰੋ। ਗੁਰੂ ਕੇ ਜਹਾਜ਼ੇ ਚੜ੍ਹੋ। ਕੱਲ੍ਹ ਸ਼ਾਮ ਦੇ ਦੀਵਾਨ ਵਿੱਚ ਜਗ੍ਹਾ, ਤਾਰੀਖ ਅਤੇ ਸਮਾਂ ਦੱਸਿਆ ਜਾਵੇਗਾ। ਐਤਵਾਰ ਜਾਂ ਉਦੋਂ ਪਹਿਲਾਂ ਸ਼ਨੀਵਾਰ ਨੂੰ ਮਹਾਂਪੁਰਸ਼ਾਂ ਦੇ ਪਾਸ ਪ੍ਰੇਮੀ ਬੇਨਤੀ ਕਰਕੇ ਸਮਾਂ ਪ੍ਰਵਾਨ ਕਰ ਲੈਣਗੇ ਤਾਂ ਕਿ ਛੁੱਟੀ ਵਾਲੇ ਦਿਨ ਹੀ ਤੁਹਾਨੂੰ ਗੁਰੂ ਕੇ ਜਹਾਜ਼ੇ ਚੜ੍ਹਾਇਆ ਜਾਵੇ। ਸਮੇਂ ਸਿਰ ਪੁੱਜ ਕੇ ਲਾਭ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।